हाँ जी। ठीक है। ਜਿਹੜਾ ਟੌਪਿਕ ਹੈ ਲੋਭ, ਰਾਈਟ, ਤੇ ਗੁਰਬਾਣੀ ਵਿੱਚ ਕਾਫੀ ਵਾਰ ਇਸ ਦਾ ਜ਼ਿਕਰ ਹੋਇਆ ਹੈ ਤੇ ਮੋਸਟਲੀ ਜਿਹੜੇ ਸਾਡੇ ਪੰਜ ਵਿਕਾਰ ਨੇ ਉਸ ਵਿੱਚ ਵੀ ਆ ਜਾਂਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੀਜੇ ਨੰਬਰ ਤੇ ਆ ਜਾਂਦਾ। ਤੇ ਮੈਨੂੰ ਜਿਹੜੀ ਥੋੜੀ ਬਹੁਤ ਸਮਝ ਲੱਗੀ ਕਿ ਲੋਭ ਆਪਾਂ ਕਿਵੇਂ ਲਾਈਨ ਡਰਾ ਕਰੀਏ, ਜਿਵੇਂ ਸਾਨੂੰ ਪਤਾ ਨਹੀਂ ਲੱਗਦਾ ਕਈ ਵਾਰ ਇਹ ਸਾਡਾ ਲੋਭ ਹੈ ਕਿ ਇਹ ਸਾਡੀ ਨੀਡ ਹੈ ਜਾਂ ਲੋੜ ਹੈ। ਤੇ ਬੇਸਿਕਲੀ ਲੋਭ ਔਰ ਲੋੜ ਵਿੱਚ ਕਿੱਧਰ ਆਪਾਂ ਜਿਹੜੇ ਨਾ ਥਿਨ ਲਾਈਨ ਹੈ ਉਹ ਸਾਨੂੰ ਪਹਿਚਾਨਣੀ ਹੈ। ਤੇ ਬੇਸਿਕਲੀ ਨੀਡ ਵਰਸਸ ਗਰੀਡ ਦਾ ਕਨਸੈਪਟ ਹੈ। ਤੇ ਜੋ ਮੈਨੂੰ ਸਮਝ ਲੱਗਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਨੀਡ ਤੇ ਪੂਰੀ ਕਰਨ ਵਾਸਤੇ ਕਿਤੇ ਨਹੀਂ ਰੋਕਿਆ, ਉਲਟਾ ਸਾਨੂੰ ਕੰਮ ਕਰਨ ਵਾਸਤੇ ਬੋਲਿਆ, ਕਿਰਤੀ ਹੋਣ ਵਾਸਤੇ, ਮਿਹਨਤੀ ਹੋਣ ਵਾਸਤੇ ਬੋਲਿਆ। ਬਟ ਉਸ ਤੋਂ ਉੱਤੇ ਕਦੋਂ ਸਾਡਾ ਗਰੀਡ ਬਣ ਜਾਏ, ਜਿੱਧਰ ਸਾਡਾ ਉਹ ਲੋੜ ਤੋਂ ਵੀ ਉੱਤੇ ਦੀ ਜ਼ਰੂਰਤ ਹੋ, ਸਾਨੂੰ ਲੱਗੇ ਕਿ ਨਹੀਂ ਇਹ ਲੋੜ ਤੇ ਪੂਰੀ ਹੋ ਗਈ ਹੈ ਬਟ ਫਿਰ ਵੀ ਹੋਰ ਆਪਾਂ ਲੈ ਲਈਏ, ਉਹ ਸਾਨੂੰ ਲੋਭ ਦੇ ਰੂਟ ਤੇ ਲੈ ਜਾਂਦਾ ਹੈ। ਤੇ ਨੀਡ ਵਰਸਸ ਗਰੀਡ ਦਾ ਕਨਸੈਪਟ ਹੈ। ਬਟ ਇਸ ਵਿੱਚ ਇੱਕ ਹੋਰ ਡਾਇਮੈਂਸ਼ਨ ਜੋ ਮੈਨੂੰ ਲੱਗਦੀ ਹੈ ਉਹ ਹੈ ਗਰੋਥ, ਕਿ ਗੁਰੂ ਸਾਹਿਬ ਨੇ ਕਿੱਧਰ ਵੀ ਸਾਨੂੰ ਗਰੋਥ ਵਾਸਤੇ ਮਨਾ ਨਹੀਂ ਕੀਤਾ ਕਿ ਅਗਰ ਆਪਾਂ ਸਾਡੇ ਕੋਲ ਕਾਬਲੀਅਤ ਹੈ, ਸਾਡੇ ਕੋਲ ਕੈਪੇਬਿਲਿਟੀ ਹੈ ਤੇ ਆਪਾਂ ਕਿਸੇ ਵੀ ਲੈਵਲ ਤੇ ਜਾਂ ਕਿਸੇ ਵੀ ਏਰੀਆ ਵਿੱਚ, ਡਿਪਾਰਟਮੈਂਟ ਵਿੱਚ ਆਪਾਂ ਗਰੋਥ ਕਰ ਸਕਦੇ ਹਾਂ, ਬੀ ਇਟ ਫਾਈਨੈਂਸ਼ੀਅਲੀ, ਪ੍ਰੋਫੈਸ਼ਨਲੀ ਜਾਂ ਕਿਸੇ ਵੀ ਲੈਵਲ ਤੇ। ਜਿਵੇਂ ਸਾਨੂੰ फाइनेंशियली ग्रोथ करना है, ऑफिशियल लाइफ ਵਿੱਚ ग्रोथ करना है, प्रोफेशनल लाइफ ਵਿੱਚ ग्रो करना है, फैमिली किधर भी ग्रो करना है। तो गुरु साहब ने सानू बोले कि तू अपना टारगेट्स बना ते उसते वास्ते लग अचीव कर, लेकिन वो अचीवमेंट करते करते मेन टारगेट ਨੂੰ नहीं भूल जाना जो है भाई प्राप्त मानुक ਦੇ ਹੋਈ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜੋ ਆਪਾਂ ਕਈ ਵਾਰ ਭੁੱਲ ਜਾਂਦੇ। ਜਿਵੇਂ ਮੈਂ ਕੈਂਪ ਕੋਰਸ ਵਿੱਚ ਵੀ, ਕ੍ਰੈਸ਼ ਕੋਰਸ ਵਿੱਚ ਵੀਰ ਜੀ ਸਮਝਾ ਰਹੇ ਸੀ ਕਿ ਮਾਇਆ ਦੇ ਜੋ ਰੂਪ ਦੱਸੇ ਨੇ, ਮਾਇਆ ਸਿਰਫ ਪੈਸਾ ਹੀ ਨਹੀਂ ਹੈ, ਮਾਇਆ ਉਹ ਹਰ ਚੀਜ਼ ਹੈ ਜੋ ਸਾਨੂੰ ਸਾਡੇ ਗੁਰਬਾਣੀ ਦੇ ਉਪਦੇਸ਼ਾਂ ਤੋਂ ਸਾਨੂੰ ਦੂਰ ਕਰ ਦੇਵੇ। ਉਹ ਸਾਰੇ ਮਾਇਆ ਆ ਜਾਂਦੀ ਹੈ, ਉਹ ਵੀ ਇੱਕ ਤਰੀਕੇ ਦਾ ਲਾਲਚ ਹੈ। ਲਾਲਚ ਸਿਰਫ ਪੈਸੇ ਦਾ ਹੀ ਨਹੀਂ ਹੋ ਸਕਦਾ, ਲਾਲਚ ਜਾਂ ਲੋਭ ਕਿਸੇ ਵੀ ਚੀਜ਼ ਦਾ ਹੋ ਸਕਦਾ। ਤੇ ਇਹਨੂੰ ਤ੍ਰਿਸ਼ਨਾ ਵੀ ਕਿਹਾ ਗਿਆ ਕਈ ਵਾਰ ਗੁਰਬਾਣੀ ਵਿੱਚ, ਜਿਹੜਾ ਇਸ ਤੋਂ ਹੀ ਰਿਲੇਟਡ ਹੈ, ਮੀਨਸ ਤ੍ਰਿਸ਼ਨਾ ਵੀ, ਉਸ ਦੇ ਬਾਰੇ ਵੀ ਗੁਰਬਾਣੀ ਵਿੱਚ ਕਿਹਾ ਗਿਆ। ਤਾਂ ਮੈਂ ਇੱਕ ਦੋ ਪੰਕਤੀਆਂ ਸ਼ੇਅਰ ਕਰਦਾ। ਜਿਵੇਂ ਗੁਰੂ ਅਮਰਦਾਸ ਜੀ ਦਾ ਪੰਕਤੀ ਆਉਂਦੀ ਹੈ ਕਿ ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਕਿ ਤ੍ਰਿਸ਼ਨਾ ਵੀ ਇੱਕ ਤਰੀਕੇ ਦਾ ਲਾਲਚ ਹੀ ਹੈ, ਲੋਭ ਹੀ ਹੈ, ਜੋ ਸਾਡੇ ਅੰਦਰ ਡਿਜ਼ਾਇਰਸ ਨੇ ਡਿਫਰੈਂਟ ਚੀਜ਼ਾਂ ਦੀ। ਤੇ ਮੈਂ ਥੋੜਾ ਜਿਹਾ ਕਨਸੈਪਟ ਨੂੰ ਤ੍ਰਿਸ਼ਨਾ ਵੱਲ ਲੈ ਕੇ ਜਾ ਰਿਹਾ ਕਿ ਮੈਂ ਉਸ ਦੇ ਬਾਰੇ ਥੋੜਾ ਜਿਹਾ ਸਟੱਡੀ ਕੀਤਾ ਕਿ ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਕਿ ਪੂਰਾ ਜਿਹੜੀ ਦੁਨੀਆ ਹੀ ਹੈ ਉਹ ਤ੍ਰਿਸ਼ਨਾ ਔਰ ਡਿਜ਼ਾਇਰ ਵਿੱਚ ਚੱਲ ਰਹੀ ਹੈ। ਫਿਰ ਨਾਲ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰਹੇ, ਕਿ ਕੋਈ ਬਿਰਲਾ ਹੀ ਹੈ ਜਿਸ ਦੀ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਬੁਝ ਜਾਂਦੀ ਹੈ। ਫਿਰ ਉਹ ਕੌਣ ਹੈ ਬਿਰਲਾ, ਜਿਹੜਾ ਫਿਰ ਉਹ ਗੁਰਬਾਣੀ ਉਪਦੇਸ਼ਾਂ ਨੂੰ ਸਿਰਫ ਪੜ੍ਹਦਾ ਹੀ ਨਹੀਂ, ਉਹ ਆਪਣੇ ਲਾਈਫ ਵਿੱਚ ਫੁੱਲੀ ਇੰਪਲੀਮੈਂਟ ਵੀ ਕਰਦਾ ਹੈ। ਕਹਿਣਾ ਬਹੁਤ ਸੌਖਾ ਹੈ ਬਟ ਕਰਨਾ ਬਹੁਤ ਹੀ ਔਖਾ ਹੈ ਇਹ ਚੀਜ਼। ਮਤਲਬ ਪਰਸਨਲ ਲੈਵਲ ਤੇ ਗੱਲ ਕਰੀਏ ਤਾਂ ਸਵੇਰੇ ਉੱਠਦੇ ਹੀ ਸਾਡਾ ਮਾਈਂਡ ਜਿਹੜਾ ਹੈ, ਉਹ ਮੇਰਾ ਆਪਣਾ ਪਰਸਨਲ ਮਾਈਂਡ, ਉਹ ਫਿਰ ਪਲਾਨਿੰਗ ਵਿੱਚ ਲੱਗ ਜਾਂਦਾ ਕਿ ਅੱਜ ਕੀ ਕਰਨਾ ਹੈ ਨਾ। ਉਹ ਸਿਮਰਨ ਤਾਂ ਆਪਾਂ ਕਈ ਵਾਰ ਭੁੱਲ ਹੀ ਜਾਂਦੇ ਹਾਂ, ਪਲਾਨਿੰਗ ਵਿੱਚ ਲੱਗਾ ਰਹਿੰਦਾ ਉਹ ਕਿ ਅੱਜ ਫੈਮਿਲੀ ਦੇ ਵੀ ਕੰਮ ਕਰਨੇ, ਅੱਜ ਆਪਣੇ ਵੀ ਕੰਮ ਕਰਨੇ। ਉਹ ਵੀ ਇੱਕ ਤਰੀਕੇ ਦੀ ਲਾਲਚ ਔਰ ਤ੍ਰਿਸ਼ਨਾ ਹੀ ਹੈ ਕਿ ਆਪਾਂ ਪਲਾਨਿੰਗ ਕਰ ਰਹੇ ਹਾਂ ਬੈਠ ਕੇ। ਪਲਾਨਿੰਗ ਕਰਨਾ ਮਨਾ ਨਹੀਂ ਹੈ ਬਟ ਸਾਡਾ ਟਾਈਮ ਹੀ ਥਿੰਕਿੰਗ ਔਰ ਪਲਾਨਿੰਗ ਔਰ ਚੀਜ਼ਾਂ ਨੂੰ ਪ੍ਰਾਪਤ ਕਰਨ ਵਿੱਚ ਲੱਗਿਆ ਰਹਿੰਦਾ ਕਿ ਆਪਾਂ ਮੇਨ ਚੀਜ਼ ਕਈ ਵਾਰ ਭੁੱਲ ਜਾਂਦੇ ਹਾਂ। ਤੇ ਜਿਹੜਾ ਗਰੀਡ ਹੈ, ਇਹਦੇ ਕਾਫੀ ਨੁਕਸਾਨ ਗੁਰਬਾਣੀ ਵੀ ਦੱਸੇ ਗਏ ਨੇ ਕਿ ਜਿਵੇਂ ਕਿਹਾ ਗਿਆ ਕਿ ਤ੍ਰਿਸ਼ਨਾ ਜਲਤ ਨਾ ਕਬੂ ਭੂਜੇ ਨਾ ਕਬੂ ਭੂਜੇ ਜੂਏ ਬਾਜੀ ਹਾਰੀ। ਇਟਸ ਲਾਈਕ ਅ ਗੈਂਬਲ ਦੀ ਗੇਮ ਹੈ ਇੱਕ ਤਰੀਕੇ ਕਿ ਬੰਦਾ ਉਹ ਲਾਲਚ ਵਿੱਚ, ਜਿਵੇਂ ਜੂਏ ਵਿੱਚ ਬੰਦਾ ਆਪਣਾ ਸਭ ਕੁਝ ਦਾਅ ਤੇ ਰੱਖ ਦਿੰਦਾ ਹੈ ਕਿ ਹਾਰ ਜਾਂਦਾ ਹੈ, ਤ੍ਰਿਸ਼ਨਾ ਵੀ ਉਸੇ ਤਰੀਕੇ ਦੀ ਹੈ ਕਿ ਬੰਦਾ ਕੁਝ ਅਚੀਵ ਕਰਨ ਵਾਸਤੇ ਬਹੁਤ ਵੱਡੀ ਚੀਜ਼ ਖੋ ਰਿਹਾ ਹੈ ਆਪਣੀ ਲਾਈਫ ਵਿੱਚ, ਔਰ ਜਿਹੜੀ ਬਾਜ਼ੀ ਹੈ ਉਹ ਹਾਰ ਕੇ ਜਾ ਰਿਹਾ ਹੈ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ ਕਿ ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਉਹ ਇਤਨੀ ਚੀਜ਼ਾਂ ਦੇ ਵਾਸਤੇ ਪਿੱਛੇ ਭੱਜ ਰਿਹਾ ਹੈ ਬਟ ਸੈਟਿਸਫੈਕਸ਼ਨ ਔਰ ਜਿਹੜਾ ਆਪਾਂ ਵਰਡ ਯੂਜ਼ ਕਰਦੇ ਹਾਂ ਉਹ ਕੰਟੈਂਟਮੈਂਟ, ਉਹ ਕਦੇ ਆ ਨਹੀਂ ਪਾਉਂਦੀ, ਉਹ ਪਿੱਛੇ ਹੀ ਭੱਜਦਾ ਰਹਿੰਦਾ ਬਟ ਕਦੇ ਉਹਨੂੰ ਪ੍ਰਾਪਤ ਨਹੀਂ ਕਰ ਪਾਉਂਦਾ। ਫਿਰ ਗੁਰੂ ਸਾਹਿਬ ਸਾਨੂੰ ਇਸ ਦੇ ਨੈਗੇਟਿਵ ਦੱਸਦੇ ਹੋਏ ਸਿਰ ਨਹੀਂ ਰੋਕ ਰਹੇ, ਗੁਰੂ ਸਾਹਿਬ ਸਾਨੂੰ ਫਿਰ ਉਹਨੂੰ ਕਿਵੇਂ ਕੰਟਰੋਲ ਕਰਨਾ ਹੈ ਉਹ ਵੀ ਦੱਸ ਰਹੇ ਨੇ ਕਿ ਤ੍ਰਿਸ਼ਨਾ ਜਾਂ ਲਾਲਚ ਨੂੰ ਕਿਵੇਂ ਕੰਟਰੋਲ ਕਰਨਾ। ਗੁਰੂ ਸਾਹਿਬ ਕਹਿ ਰਹੇ ਨੇ ਤ੍ਰਿਸ਼ਨਾ ਬੁਝੈ ਕਹਿ ਨਾਏ ਪਿਆਰ, ਕਿ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪਿਆਰ ਪਾ ਕੇ, ਉਸਦੇ ਗੁਣਾਂ ਦੇ ਨਾਲ ਲਿੰਕ ਕਰਕੇ ਆਪਣੇ ਆਪ ਨੂੰ ਇਹ ਲਾਲਚ ਨੂੰ ਜਾਂ ਤ੍ਰਿਸ਼ਨਾ ਨੂੰ ਕੁਝ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਜਿਵੇਂ ਕਹਿੰਦੇ ਨੇ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਬਹੁਤ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀਆਂ ਨੇ ਇਸ ਤੋਂ ਰਿਲੇਟਡ, ਸ਼ੀਤਲ ਸ਼ਾਂਤ ਸੰਤੋਖ ਹੋਏ ਸਭ ਬੁਝੀ ਤ੍ਰਿਸ਼ਨਾ। ਬੇਸਿਕਲੀ ਇਹ ਕਹਿ ਰਹੇ ਨੇ ਕਿ ਨਾਮ ਦੇ ਨਾਲ ਜੁੜ ਕੇ, ਗੁਰਬਾਣੀ ਉਪਦੇਸ਼ਾਂ ਦੇ ਨਾਲ ਜੁੜ ਕੇ ਇਸ ਵਿਕਾਰ ਤੋਂ ਵੀ ਆਪਾਂ ਖਤਮ ਨਹੀਂ ਕਰ ਸਕਦੇ ਇਸ ਨੂੰ, ਕਿਉਂਕਿ ਇਹ ਬਣਾਇਆ ਵੀ ਅਕਾਲ ਪੁਰਖ ਨਹੀਂ ਹੈ, ਆਪਾਂ ਇਹਨੂੰ ਕੰਟਰੋਲ ਕਰਨਾ ਹੈ। ਇਟਸ ਲਾਈਕ ਅ ਗੇਮ। ਤੇ ਉਹ ਜਿਹੜਾ ਨਾ ਸਾਨੂੰ ਕਰਨਾ ਚਾਹੀਦਾ। ਇਸ ਦੇ ਫਿਰ ਫਾਇਦੇ ਹੋਣਗੇ ਸਾਨੂੰ, ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਤ੍ਰਿਸ਼ਨਾ ਬੁਝੀ ਅੰਤਰ ਠੰਡਾ। ਜਦੋਂ ਤ੍ਰਿਸ਼ਨਾ ਬੁਝੇਗੀ ਫਿਰ ਸਾਡਾ ਅੰਦਰ ਹੋਰ ਠੰਡਾ ਹੋਏਗਾ, ਆਪਾਂ ਆਪਣੇ ਰੀਅਲ ਟਾਰਗੇਟ ਵੱਲ ਵੱਧ ਪਾਵਾਂਗੇ। ਮੈਂ ਜਸਟ ਇੱਕ ਸਕਰੀਨ ਸ਼ੇਅਰ ਕਰਕੇ ਇੱਕ ਪੰਕਤੀ ਸ਼ੇਅਰ ਕਰਦਾ।
ਤੇ ਆਪਾਂ ਤ੍ਰਿਸ਼ਨਾ ਓਕੇ ਆਈ ਥਿੰਕ ਵੀਰ ਜੀ ਤੁਸੀਂ ਕੋ-ਹੋਸਟ ਬਣਾਓਗੇ, ਸਕਰੀਨ ਨਹੀਂ ਸ਼ੇਅਰ ਹੋ ਪਾਏਗੀ ਤਾਂ ਹਾਂਜੀ ਹਾਂਜੀ ਵੀਰ ਜੀ ਹੋ ਰਹੀ ਸਕਰੀਨ ਸ਼ੇਅਰ? ਹਾਂਜੀ ਵੀਰ ਜੀ ਹੋ ਰਹੀ ਸ਼ੇਅਰ। ऐसा ਆਪਾਂ ਤ੍ਰਿਸ਼ਨਾ ਬਾਰੇ ਬੇਸਿਕਲੀ ਪੜਿਆ ਕਿ ਤ੍ਰਿਸ਼ਨਾ ਕੀ ਹੈ, ਲਾਲਚ ਕੀ ਹੈ, ਉਹ ਉਸਦੇ ਕੀ ਨੈਗੇਟਿਵਸ ਨੇ, ਉਹਨੂੰ ਕਿਵੇਂ ਗੁਰਬਾਣੀ ਵਿੱਚ ਕੰਟਰੋਲ ਕਰਨ ਵਾਸਤੇ ਕਿਹਾ ਗਿਆ। ਬਟ ਐਂਡ ਵਿੱਚ ਗੁਰੂ ਸਾਹਿਬ ਫਿਰ ਜੋ ਸਾਨੂੰ ਹਮੇਸ਼ਾ ਦਿੱਤਾ ਹੀ ਹੋਇਆ ਗੁਰੂ ਸਾਹਿਬ ਨੇ, ਉਹ ਹੈ ਅਰਦਾਸ ਔਰ ਕਿਰਪਾ ਉਸਦੀ, ਹੈ ਨਾ। ਤੇ ਉਸਦੇ ਥਰੂ ਹੀ ਗੁਰੂ ਸਾਹਿਬ ਸਾਨੂੰ ਇਹਨੂੰ ਵੀ ਕੰਟਰੋਲ ਕਰਨ ਵਾਸਤੇ ਕਹਿ ਰਹੇ ਨੇ। ਇੱਕ ਦੋ ਸ਼ਬਦ ਆਪਾਂ ਪੜ੍ਹ ਕੇ ਫਿਰ ਮੈਂ ਸਮਾਪਤੀ ਕਰਦਾ। ਜਿਵੇਂ ਕਹਿ ਰਹੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰੇ ਰਹਾਓ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ। ਲੋਕੀ ਕਿੰਨਾ ਵੀ ਜਮਾ ਕਰ ਲੈਣ ਚੀਜ਼ਾਂ ਆਪਣੇ ਕੋਲ, ਬਟ ਜਿਹੜਾ ਦਿਮਾਗ ਜਿਹੜਾ ਮਨ ਹੈ ਉਹ ਨਹੀਂ ਸੰਭਲਦਾ, ਔਰ ਚਾਹ ਕਰਦਾ। ਪਰੇ ਪਰੇ ਹੀ ਕੋ ਲੁਝੀ ਰੇ, ਫਿਰ ਵੀ ਉਹ ਜ਼ਿਆਦਾ ਦੀ ਪ੍ਰਾਪਤੀ ਮੰਗਦਾ ਹੈ। ਹਰ ਲੈਵਲ ਤੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ। ਸੁੰਦਰ ਨਾਰੀ ਅਨੇਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ, ਔਰ ਵਿਕਾਰਾ ਵੀ ਗੁਰੂ ਸਾਹਿਬ ਨੇ ਡਿਜ਼ਾਇਰ ਦੇ ਨਾਲ ਹੀ ਜੋੜ ਦਿੱਤੇ ਇਧਰ। ਬੁਰਾ ਭਲਾ ਨਹੀਂ ਸੁਝੀ ਰਹੇ, ਬੁਰਾ ਭਲਾ ਵੀ ਨਹੀਂ ਸੁਝਦਾ ਉਹ ਤ੍ਰਿਸ਼ਨਾ ਜਾਂ ਲਾਲਚ ਦੇ ਉਸ ਵਿੱਚ। ਅਨਕ ਬੰਧਨ ਮਾਇਆ ਭਰਮਤ ਪਰਮਾਇਆ, ਗੁਰਨਿਤ ਨਹੀਂ ਗਾਇਆ, ਮਨ ਵਿਖੇ ਹੀ ਮੈਂ ਲੁਝੀ ਰੇ, ਜਾਕੋ ਰੇ ਕਿਰਪਾ ਕਰੇ, ਜੀਵਤ ਸੋਈ ਮਰੇ, ਸਾਧ ਸੰਗ ਮਾਇਆ ਤਰੇ। ਸਾਧ ਸੰਗਤ ਦੀ ਗੱਲ ਕਰ ਦਿੱਤੀ ਕਿ ਸਾਧ ਸੰਗਤ ਕਰਨੀ ਪਏਗੀ ਤਾਂ ਹੀ ਕਿਰਪਾ ਹੋਏਗੀ। ਨਾਨਕ ਸੋ ਜਨ ਦਰ ਹਰ ਸਿਜੀ ਰੇ, ਉਹੀ ਬੰਦਾ ਜਿਹੜਾ ਨਾ ਅਕਾਲ ਪੁਰਖ ਦੇ ਦਰ ਤੇ ਪ੍ਰਾਪਤ ਕਰ ਸਕਦਾ ਹੈ ਚੀਜ਼ਾਂ। ਦੂਜਾ ਇੱਕ ਸ਼ਬਦ ਆਉਂਦਾ ਹੈ ਬਹੁਤ ਫੇਮਸ, ਆਪਾਂ ਕਈ ਵਾਰ ਸੁਣਦੇ ਆ ਪੜ੍ਹਦੇ ਨੂੰ, ਲੋਭ ਲਹਿਰ ਅਤਨੀਜਰ ਵਾਜੈ, ਕਾਇਆ ਡੂਬੈ ਕੇਸਵਾ। ਜਿਹੜੀ ਲੋਭ ਦੀ ਜਿਹੜੇ ਲਹਿਰਾਂ ਨੇ ਉਹ ਸਾਡੇ ਮਨ ਵਿੱਚ 24 ਘੰਟੇ ਚੱਲ ਰਹੀਆਂ ਨੇ, ਤੇ ਇਸ ਕਾਰਨ ਸਾਡਾ ਮਨ ਬੋਡੀ ਸਭ ਡੁੱਬ ਰਿਹਾ ਉਸ ਲਹਿਰਾਂ ਵਿੱਚ। ਗੁਰੂ ਸਾਹਿਬ ਫਿਰ ਆਪਣਾ ਉਪਦੇਸ਼ ਦੇਣੇ ਕਿ ਸੰਸਾਰ ਸਮੁੰਦੇ ਤਾਰ ਗੋਬਿੰਦ, ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹੋ ਖੇਵ ਨਾ ਸਾਕੋ। ਮੀਨਿੰਗ ਸਾਨੂੰ ਪਤਾ ਹੀ ਇਸ ਦਾ, ਅਨਲ ਬੇੜਾ ਹੋ ਖੇਵ ਨਾ ਸਾਕੋ, ਤੇਰਾ ਪਾਰ ਨਾ ਪਾਇਆ ਬੀਠਲਾ, ਉਹ ਦਇਆਲ ਸਤਿਗੁਰ ਮੇਲ ਤੁਮੋ ਕੋ, ਪਾਰ ਉਤਾਰੇ ਕੇਸਵਾ। ਲਾਸਟ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ, ਨਾਮਾ ਕਹੇ ਹੋ ਤਰ ਵੀ ਨਾ ਜਾਣੋ, ਮੋਕੋ ਬਾਹਾਂ ਦੇ ਬੀਠਲਾ। ਕਹਿਣ ਵੀ ਸਾਨੂੰ ਸਾਡੇ ਹੱਥ ਵਿੱਚ ਸਭ ਕੁਝ ਨਹੀਂ ਹੈ, ਸਾਨੂੰ ਜ਼ਰੂਰ ਮਿਹਨਤ ਕਰਨੀ ਹੈ ਕਿ ਆਪਾਂ ਕਿਵੇਂ ਲੋਭ ਲਾਲਚ ਨੂੰ ਕੰਟਰੋਲ ਕਰ ਸਕੀਏ ਗੁਰਬਾਣੀ ਪੜ੍ਹ ਕੇ। ਬਟ ਐਂਡ ਵਿੱਚ ਸਾਡੇ ਅਰਦਾਸ ਹੀ ਬਣਦੀ ਹੈ ਤਾਂ ਕਿ ਉਹ ਕਿਰਪਾ ਕਰੇ ਔਰ ਸਾਨੂੰ ਆਪਣੀ ਬਾਹ ਦੇ ਕੇ ਇਸ ਸਾਰੇ ਵਿਕਾਰਾਂ ਤੋਂ ਕੱਢ ਲੈ। ਕਹਿਣਾ ਆਸਾਨ ਹੈ ਬਟ ਇਹ ਕਰਨਾ ਸਾਰਾ ਬਹੁਤ ਔਖਾ ਹੈ। ਹਾਂਜੀ ਵੀਰ ਜੀ ਤੁਸੀਂ ਕੰਟੀਨਿਊ ਕਰੋ। ਹਾਂਜੀ, ਜਿਸ ਤਰ੍ਹਾਂ ਬਾਣੀ ਦੇ ਵਿੱਚ ਉਹ ਪੂਰਾ ਸਰਕਲ ਘੁੰਮ ਰਿਹਾ ਸੀ, ਗੁਰੂ ਮਹਾਰਾਜ ਹਰ ਗੱਲ ਨੂੰ ਟੱਚ ਕਰ ਰਹੇ ਹੈਗੇ ਆ। ਜਿਹੜਾ ਆਪਾਂ ਸਿੱਧੀ ਗੱਲ ਕੀਤੀ ਹੈਗੀ, ਮੈਂ ਥੋੜਾ ਜਿਹਾ ਹੋਰ ਸਿੱਧੀ ਕਰ ਦਿੰਦਾ ਕਿ ਕਿਸੇ ਵੀ ਚੀਜ਼ ਦੀ ਜਿਹੜੀ ਸਾਡੀ ਜ਼ਰੂਰਤ ਤੋਂ ਵੱਧ ਜਿਹੜੀ ਇੱਛਾ ਰੱਖਣੀ, ਉਹਨੂੰ ਅਸੀਂ ਲਾਲਚ ਕਹਿੰਦੇ ਆ, ਉਹਨੂੰ ਅਸੀਂ ਸਾਡੀ ਤ੍ਰਿਸ਼ਨਾ ਹੈ। ਸਾਨੂੰ ਇਹ ਲਿਮਿਟ ਜਿਹੜੀ ਹੈਗੀ ਆ, ਇਹ ਸਮਝ ਆਉਣੀ ਚਾਹੀਦੀ ਹੈ ਕਿ ਹੁਣ ਮੇਰੀ ਜ਼ਰੂਰਤ ਪੂਰੀ ਹੋ ਗਈ ਆ। ਉੱਤੇ ਬਾਅਦ ਜੋ ਕੁਛ ਆਇਆ ਉਹਦੀ ਕਿਰਪਾ ਦੇ ਨਾਲ ਹੋਵੇ ਤੇ ਠੀਕ ਹੈ। ਜਿਹੜੀ ਚੀਜ਼ ਸਾਨੂੰ ਉਹਦੇ ਨਾਲੋਂ ਤੋੜਦੀ ਆ, ਜਿਹੜੀ ਚੀਜ਼ ਸਾਨੂੰ ਉਹ ਤੋਂ ਦੂਰ ਲਿਜਾਂਦੀ ਆ, ਉਹ ਸਾਡੀ ਐਕਸੈਸ ਜ਼ਰੂਰਤ ਤੋਂ ਵੱਧ ਹੋ ਗਈ ਆ। ਉਹ ਜਾਣਦਾ ਹੈ ਕਿੱਥੇ ਸਾਡੀ ਜ਼ਰੂਰਤ ਪੂਰੀ ਆ। ਅਸੀਂ ਆਪਣੀ ਜਿਹੜੀ ਲੋੜ ਹੈਗੀ ਆ ਉਹਨੂੰ ਆਪਣੇ ਧਿਆਨ ਵਿੱਚ ਰੱਖੀਏ। ਉਹ ਤੇ ਵੱਧ ਜੇ ਕੁਛ ਆਉਂਦਾ ਹੈਗਾ ਆ ਤੇ ਅਸੀਂ ਇਹ ਨਾ ਭੁੱਲੀਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕਰਾ ਪਛਾਣੀਏ ਸੇ। ਅਸੀਂ ਕਿਰਤ ਕਮਾਈ ਕਰਕੇ ਹੀ ਸਾਨੂੰ ਭਾਵੇਂ ਆਉਂਦਾ, ਅਸੀਂ ਕਹੀਏ ਲੈ ਮੈਂ ਮਿਹਨਤ ਕਰਦਾ ਤਾਂ ਹੀ ਆਉਂਦਾ ਮੈਨੂੰ, ਤੇ ਅਸੀਂ ਪਰ ਇਹਦੇ 'ਚ ਇਹ ਨਾ ਭੁੱਲੀਏ ਕਿ ਅਸੀਂ ਇਹਨੂੰ ਹੁਣ ਸ਼ੇਅਰ ਵੀ ਕਰਨਾ ਹੈਗਾ। ਉਹਦੇ 'ਚ ਇਹੋ ਜਿਹੀ ਸਥਿਤੀ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਇਹ ਸਾਡੇ ਆਸ-ਪਾਸ, ਜਿੱਦਾਂ ਅਸੀਂ ਸੜਕ ਤੇ ਜਾਂਦੇ ਹਾਂ ਧੂੜ ਮੰਡਲਾਉਂਦੀ ਹੈਗੀ ਆ, ਇੱਦਾਂ ਹੀ ਸਾਡੇ ਆਲੇ ਦੁਆਲੇ ਮੰਡਲਾਉਂਦੇ ਰਹਿੰਦੇ ਆ। ਇਹਨਾਂ ਤੋਂ ਅਸੀਂ ਬਚ ਨਹੀਂ ਸਕਦੇ, ਪਰ ਅਸੀਂ ਕੋਸ਼ਿਸ਼ ਕਰਨੀ ਹੈ ਜੇ ਅਸੀਂ ਪ੍ਰਮਾਤਮਾ ਦੇ ਨਾਲ ਜੁੜੇ ਰਹੀਏ, ਮਾਲਕ ਦੇ ਨਾਲ ਜੁੜੇ ਰਹੀਏ, ਤੇ ਉਹ ਸਾਨੂੰ ਸਹੀ ਮਾਰਗ ਦਿੰਦੇ ਰਹਿੰਦੇ ਆ। ਬਸ ਇਹੀ ਆ। ਹੋਰ ਜਿੱਦਾਂ ਵੀਰ ਜੀ ਨੇ ਕਿਹਾ ਨਾ ਵੀ ਆਪਾਂ ਨੂੰ ਕਿੱਦਾਂ ਪਤਾ ਲੱਗੇ, ਜਿੱਦਾਂ ਇੱਕ ਤਾਂ ਹੁੰਦੀ ਨੀਡ, ਰਾਈਟ, ਤੇ ਇੱਕ ਬੰਦਾ ਲੋਭ ਵੱਜ ਜਾਂਦਾ। ਬਹੁਤ ਸੋਹਣੀ ਉਹਨਾਂ ਨੇ ਟੌਪਿਕ ਟੱਚ ਕੀਤਾ
ਕਿ ਸਾਨੂੰ ਕਿੱਦਾਂ ਪਤਾ ਲੱਗੇਗਾ ਗੁਰਬਾਣੀ ਦੇ ਆਧਾਰ ਤੇ ਕਿ ਸਾਡੀ ਜਿਹੜੀ ਇਹ ਹੁਣ ਇਹ ਨੀਡ ਨਹੀਂ, ਅਸੀਂ ਲੋਭ ਵੱਲ ਵਧ ਰਹੇ ਹਾਂ। ਹੁਣ ਤੁਸੀਂ ਵੀ ਜਿੱਦਾਂ ਕਿਹਾ ਉਹਦੇ ਹੁਕਮ 'ਚ ਰਹਿ ਕੇ ਹਨਾ, ਜੋ ਸਾਡੀ ਵੀ ਪ੍ਰਾਪਤੀਆਂ ਆ ਤੇ ਲੋਭ ਜਿਹੜਾ ਆ, ਮੈਂ ਜਿਹੜੀ ਚੀਜ਼ ਮੈਂ ਤੁਹਾਨੂੰ ਸਾਰਿਆਂ ਕੋਲ ਸੁਣਨਾ ਚਾਹੁੰਦੀ ਹਾਂ ਕਿ ਵੀ ਕਿੱਦਾਂ ਪਤਾ ਲੱਗੂਗਾ ਹੁਣ ਮੇਰਾ ਇੱਥੇ ਲੋਭ ਖਤਮ ਹੋ ਜਾਣਾ ਚਾਹੀਦਾ ਹੈ। ਕੀ ਗੁਰੂ ਮਹਾਰਾਜ ਜੀ ਨੇ ਸਾਡੇ ਦਿਮਾਗ 'ਚ ਗੱਲ ਪਾਣੀ ਆ, ਤੇਰਾ ਲੋਭ ਹੁਣ ਖਤਮ ਆ, ਹੁਣ ਤੂੰ ਗੀੜ ਵੱਲ ਵੱਧ ਰਹੀ ਆ, ਲੋੜ ਤੇਰੀ ਖਤਮ ਹੋ ਗਈ ਆ। ਕਿੱਦਾਂ ਪਤਾ ਲੱਗੇਗਾ ਸਾਨੂੰ ਹੁਣ ਲੋੜ ਹੋ ਨਹੀਂ ਚਾਹੀਦੀ। ਘੜੇ 'ਚ ਪਾਣੀ ਪਾਉਂਦੇ ਆ, ਘੜਾ ਭਰ ਜਾਂਦਾ, ਠੀਕ ਆ, ਉਸ ਤੋਂ ਬਾਅਦ ਵੀ ਘੜੇ ਨੂੰ ਪਤਾ ਮੇਰੀ ਸੀਮਤ ਇੰਨੀ ਕਈ ਆ, ਉਹ 'ਚ ਹੋਰ ਪਾਣੀ ਪਾਵਾਂਗੇ ਤਾਂ ਪਾਣੀ ਬਾਹਰ ਡੁੱਲੇਗਾ। ਬੰਦੇ ਨੂੰ ਕਿੱਦਾਂ ਪਤਾ ਲੱਗੇ? ਤੁਸੀਂ 2 ਜਣੇ ਬੈਠੇ ਹੋ, ਅਮਰਪ੍ਰੀਤ ਵੀਰ ਜੀ ਵੀ, ਤੁਸੀਂ ਵੀ ਮੇਰੇ ਵਰਗੇ ਬੰਦੇ ਨੂੰ ਕਿੱਦਾਂ ਪਤਾ ਲੱਗੇ ਮੇਰਾ ਘੜਾ ਇਹ ਭਰ ਗਿਆ ਆ, ਇਹ 'ਚ ਮੈਂ ਹੋਰ ਅਗਰ ਪਾਉਂਗੀ ਤਾਂ ਬਾਹਰ ਡੁੱਲਣਾ ਆ। ਲੈਟਸ ਡਿਸਕਸ ਦੈਟ। ਲੋਭ। ਅਮਰਪ੍ਰੀਤ ਉਹਨਾਂ ਨੂੰ ਸੁਣਦੇ ਆ, ਉਹ ਕੀ ਕਹਿੰਦੇ ਆ? ਗੱਲਾਂ 'ਚੋਂ ਗੱਲਾਂ ਨਿਕਲਦੀਆਂ। ਚਲੋ ਅੰਤਰ ਜੀ ਲਾਈਨ ਤੇ ਹੈਗੇ ਨੇ ਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਤੇ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ। ਅਤੇ ਜੀ ਫੌਜਾਂ ਕਿੱਥੇ ਜਾ ਰਹੀਆਂ ਨੇ? ਬਸ ਮੈਂ ਐਕਚੁਅਲੀ ਡਰਾਈਵ ਕਰ ਰਿਹਾ ਸੀਗਾ, 에어ਪੋਰਟ ਤੇ ਡ੍ਰੌਪ ਕਰਕੇ ਆ ਰਿਹਾ ਸੀ। ਸਟੱਡੀ ਸਰਕਲ ਦੇ ਸਿੰਘ ਹੀ ਹੈਗੇ। ਅੱਛਾ ਚਲੋ, ਲੋਭ ਤੇ ਟੌਪਿਕ ਚੱਲ ਰਿਹਾ ਕਿ ਨੀਡ ਵਰਸਸ ਗ੍ਰੀਡ, ਜਿੱਥੇ ਬਲਵੀਰ ਜੀ ਨੇ ਸ਼ੁਰੂ ਕੀਤਾ ਸੀ, ਤੇ ਤ੍ਰਿਸ਼ਨਾ ਦੇ ਬਾਰੇ ਚੱਲ ਰਿਹਾ ਸੀ। ਤੇ ਐਨੀਵੇ, ਇੱਕ ਤੇ ਨੀਡ ਵਰਸਸ ਗ੍ਰੀਡ ਜਾਂ ਨੀਡ ਵਰਸਸ ਵਾਂਟ ਹੋ ਸਕਦਾ, ਪਰ ਜੋ ਬਿੰਦਰ ਭਾਜੀ ਨੇ ਕੁਐਸਚਨ ਕੀਤਾ ਮੈਂ ਉਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗਾ। ਜਿਹੜਾ ਨਾ ਇਹਦਾ ਆਨਸਰ ਬੜਾ ਸਿੰਪਲ ਹੈ। ਜਦੋਂ ਤੁਸੀਂ ਕੋਈ ਕੰਮ ਕਰਦੇ ਹੋ, ਉਹਦਾ ਮਿਸ਼ਨ ਕੀ ਹੈ, ਤੁਹਾਡਾ ਗੋਲ ਕੀ ਹੈ, ਉਹਦੇ ਹਿਸਾਬ ਨਾਲ ਹੈ। ਅਸੀਂ ਕੋਈ ਵੀ ਕੰਮ ਕਰਦੇ ਹਾਂ, ਅਸੀਂ ਬਹੁਤ ਮਤਲਬੀ ਲੋਕ ਹਾਂ, ਬਹੁਤ ਸਵਾਰਥੀ ਲੋਕ। ਅਸੀਂ ਗੁਰਦੁਆਰੇ ਵੀ ਕਿਸੇ ਸਵਾਰਥ ਕਰਕੇ ਜਾਂਦੇ ਹਾਂ। ਤੇ ਗੁਰਬਾਣੀ ਕਹਿੰਦੀ ਸੇਵਾ ਕਰਤ ਹੋਤ ਨੈਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਇੱਥੇ ਕਾਮ ਦਾ ਮਤਲਬ ਕਾਮਨਾਵਾਂ ਨੇ, ਕੋਈ ਵੀ ਕਾਮਨਾ ਹੋ ਸਕਦੀ ਹੈ। ਉਹ ਕਾਮਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਵੀ ਹੋ ਸਕਦੀ ਹੈ। ਕਾਮ ਆਪਣੇ ਆਪ 'ਚ ਇੱਕ ਤ੍ਰਿਸ਼ਨਾ ਹੈ, ਉਹਨੂੰ ਐਕਸਪਾਂਡ ਕਰਕੇ ਉਹਨਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਣਾਇਆ। ਕਾਮ ਮੀਨਸ ਕਾਮਨਾ, ਇੱਛਾ ਕਿ ਮੈਂ ਇਹ ਕੰਮ ਕਰਾਂ ਤੇ ਮੇਰਾ ਇਹ ਕੰਮ ਹੋ ਜਾਵੇ ਪਰਫੈਕਟ। ਉਹਦੇ ਪਿੱਛੇ ਇੱਕ ਸਬਕੌਂਸ਼ੀਅਸ ਲੈਵਲ ਹੈ ਕਿ ਮੈਂ ਕੰਮ ਕਰਾਂਗਾ ਤੇ ਲੱਗੇਗਾ ਕਿ ਬਈ ਬਹੁਤ ਸੋਹਣਾ ਕੀਤਾ। ਹੁਣ ਜੇ ਮਾੜਾ ਕੀਤਾ ਤੇ ਮੈਨੂੰ ਦੁੱਖ ਲੱਗ ਗਿਆ। ਪਹਿਲੀ ਗੱਲ, ਆਪਣੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਤੁਹਾਨੂੰ ਕੰਨ ਵਿੱਚ ਕੋਈ ਬੋਲਦਾ ਚੰਗੀ ਗੱਲ, ਤੇ ਮਨ ਕਿੱਦਾਂ ਏਦਾਂ ਫੁੱਲ ਜਾਂਦਾ ਜਿੱਦਾਂ ਫਲਾਵਰ ਹੁੰਦੇ। ਬੜਾ ਚੰਗਾ ਲੱਗਾ, ਮੇਰੀ ਯਾਰ ਬੜੀ ਤਾਰੀਫ ਹੋਈ, ਮੈਂ ਬੋਲੇ ਨਹੀਂ ਜੀ ਥੈਂਕ ਯੂ ਜੀ, ਇਹ ਤਾਂ ਗੁਰੂ ਸਾਹਿਬ ਦੀ ਕਿਰਪਾ। ਪਰ ਅੰਦਰੋਂ ਦੀ ਮਨ ਜਿਹੜਾ ਏਦਾਂ ਫੁੱਲ ਰਿਹਾ। ਆਪਣੇ ਮਨ ਨੂੰ ਓਬਜ਼ਰਵ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਸਾਰੀ ਚੀਜ਼ਾਂ ਕਿੱਥੋਂ ਆ ਰਹੀਆਂ ਨੇ, ਤ੍ਰਿਸ਼ਨਾ ਕਿੱਥੇ ਹੈ? ਇਟਸ ਲਾਈਂਗ ਇਨ ਦ ਮਾਈਂਡ। ਗੁਰਬਾਣੀ ਪਹਿਲਾਂ ਆਪਣੇ ਮਾਈਂਡ ਨੂੰ ਦੇਖਣ ਨੂੰ ਕਹਿ ਰਹੀ ਹੈ। ਆਈ ਪੰਥੀ ਸਗਲ ਜਮਾਤੀ ਮਨ ਜਿੱਤੇ ਜਗਦੀਤ। ਮਨ ਨੂੰ ਤਾਂ ਜਿੱਤਾਂਗੇ ਜੇ ਅਸੀਂ ਮਨ ਦੀ ਰਣ ਭੂਮੀ ਨੂੰ ਸਮਝਾਂਗੇ। ਮਨ ਦੀ ਬੈਟਲਫੀਲਡ ਕੀ ਹੈ? ਖਾਲਸਾ ਸੋਈ ਕਰੇ ਨਿਤ ਜੰਗ। ਉੱਥੇ ਇੱਕ 4 ਵਿਕਾਰ 5 ਵਿਕਾਰ, ਉਹਦੇ ਬਹੁਤ ਸਾਰੇ ਸਿਪਾਹੀ, ਈਰਖਾ, ਦਵੇਸ਼, ਤ੍ਰਿਸ਼ਨਾ ਸਭ ਘੁੰਮ ਰਹੇ ਨੇ। ਪਰ ਮਨ ਦੀ ਬੈਟਲਫੀਲਡ ਵਿੱਚ ਅਸੀਂ ਵੜਾਂਗੇ ਤਾਂ ਨਾ। ਅਸੀਂ ਆਇਡੈਂਟੀਫਾਈ ਨਹੀਂ ਕਰਦੇ। ਪਹਿਲੀ ਗੱਲ ਹੈ, ਸਾਨੂੰ ਲੱਗਦਾ ਸਾਡਾ ਮਨ ਅਸੀਂ ਹਾਂ, ਅਸੀਂ ਸਾਡਾ ਮਨ। ਜੋ ਸਾਡਾ ਮਨ ਕਹਿੰਦਾ ਸਾਨੂੰ ਲੱਗਦਾ ਕਿ ਅਸੀਂ ਕਹਿ ਰਹੇ ਹਾਂ। ਨਹੀਂ, ਕੋਈ ਚੀਜ਼ਾਂ ਮਨ ਕਹਿੰਦਾ, ਕੋਈ ਚੀਜ਼ਾਂ ਆਤਮਾ ਕਹਿੰਦੀ ਹੈ। ਗੁਰਬਾਣੀ ਕਹਿੰਦੀ ਮਨ ਕਿਆ ਕਹਿਤਾ, ਹਾਂ ਕਿਆ ਕਹਿਤਾ। ਇਹਦੇ ਡਿਫਰੈਂਸ਼ੀਏਟ ਕਰਨਾ ਕਿ ਮਨ ਕੀ ਕਹਿ ਰਿਹਾ ਤੇ ਮੇਰੀ ਆਤਮਾ ਕੀ ਕਹਿ ਰਹੀ ਹੈ। ਮਨ ਹਮੇਸ਼ਾ ਰਿਜ਼ਲਟਸ ਨਾਲ ਓਰੀਐਂਟਡ ਹੈ। ਤੇ ਗੁਰੂ ਸਾਹਿਬ ਨੇ ਇਹਨੂੰ ਬੜੀ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ। ਸ਼ਬਦ ਹੈਗਾ ਕਬੀਰ ਜੀ ਦਾ, ਤੇਰਾ ਜਨ ਏਕ ਆਦ ਕੋਈ, ਕਾਮ ਕ੍ਰੋਧ ਲੋਭ ਮੋਹ ਵਿਵਰਜਤ ਹਰ ਪਦ ਚੀਨੈ ਸੋਈ। ਰਹਾਉ। ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਰਜੋ ਗੁਣ ਤਮੋ ਗੁਣ ਸਤੋ ਗੁਣ ਦਾ ਜ਼ਿਕਰ ਆਨੰਦ ਸਾਹਿਬ ਦੀ ਬਾਣੀ 'ਚ ਵੀ ਆਉਂਦਾ। ਗੁਰੂ ਸਾਹਿਬ ਕਹਿੰਦੇ ਨੇ ਤਿਹੀ ਗੁਣੀ ਸੰਸਾਰ ਪ੍ਰਭ ਸੁੱਤਾ, ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੈ, ਬੋਲੇ ਅੰਮ੍ਰਿਤ ਬਾਣੀ। ਇਹ 3 ਗੁਣ ਕਿਹੜੇ ਨੇ? ਰਜੋ ਗੁਣ, ਸਤੋ ਗੁਣ ਤੇ ਤਮੋ। ਮੈਂ ਇਹਦਾ ਨਾ ਗਿਆਨ ਨਹੀਂ ਰੱਖਦਾ, ਪਰ ਮੈਂ ਕੁਝ ਕਥਾਵਾਂ ਸੁਣੀਆਂ ਸੀ ਤੇ ਕੁਝ ਰੀਡਿੰਗ ਵੀ ਕੀਤੀ ਸੀ ਬਹੁਤ ਸਾਲ ਪਹਿਲਾਂ, ਤੇ ਮੈਨੂੰ ਜੋ ਸਮਝ ਆਇਆ ਵਿਚ ਮੇਕਸ ਲੋਟ ਆਫ ਸੈਂਸ ਕਿ ਰਜੋ ਗੁਣ ਹੈ ਕਿ ਬਈ ਕੰਪੀਟੀਟਿਵ ਗੁਣ, ਜੋ ਸਾਡੇ ਸਾਰੇ 'ਚ ਆਮ ਹੁੰਦਾ, ਬੱਚਿਆਂ 'ਚ ਭਰਿਆ ਜਾਂਦਾ। ਤੇਰਾ A ਗ੍ਰੇਡ ਨਹੀਂ ਆਇਆ, ਨਾਲ ਦਾ A- ਆਇਆ, ਤੇਰਾ A ਨਹੀਂ ਆਇਆ, ਮਤਲਬ ਠੀਕ ਹੈ, ਮਾੜੀ ਗੱਲ ਨਹੀਂ ਹੈ ਇੰਪਰੂਵ ਕਰਨਾ ਆਪਣੇ ਆਪ ਨੂੰ। ਪਰ ਜੋ ਕੰਪੀਟੀਸ਼ਨ ਦਾ ਜਿਹੜੀ ਗੱਲ ਹੋ ਰਹੀ ਹੈ, ਜਿੱਦਾਂ
ਤੁਸੀਂ ਦੇਖਿਆ ਸੀ ਪਿੱਛੇ ਮੂਵੀ ਆਈ ਸੀ ਆਮਿਰ ਖਾਨ ਦੀ 3 ਇਡੀਅਟਸ, ਉਹਦੇ 'ਚ ਉਹਨੇ ਕਿਹਾ ਸੀ ਪੜ੍ਹਾਈ ਇਸ ਕਰਕੇ ਕਰੋ ਕਿ ਨੌਲੇਜ ਲਓ, ਨਾ ਕਿ ਕੰਪੀਟੀਸ਼ਨ ਕਰਨਾ ਕਿ ਫਸਟ ਆਉਣਾ। ਹਾਲਾਂਕਿ ਫਿਰ ਵੀ ਉਹ ਫਸਟ ਆ ਜਾਂਦਾ ਕਲਾਸ 'ਚ, ਕਿਉਂਕਿ ਸਿਸਟਮ ਇਦਾਂ ਦਾ ਹੈ। ਔਰ ਉਹ ਕਹਿੰਦਾ ਕਿ ਮੈਂ ਅਲੱਗ ਕੋ ਬੈਠਾ ਦੂਜਿਆਂ ਨਾਲ, ਮੇਰੀ ਫੋਟੋ ਉਹਨਾਂ ਦੇ ਨਾਲ ਕਿਉਂ ਨਹੀਂ ਹੈ, ਰਾਈਟ। ਕਹਿਣ ਦਾ ਮਤਲਬ ਕਿ ਉਹ ਕਹਿ ਰਿਹਾ ਕਿ ਭਾਈ ਇਹ ਪੜ੍ਹਾਈ ਕਰਨ ਦਾ ਸਾਧਨ ਹੋਣਾ ਚਾਹੀਦਾ, ਰਦਰ ਕਿ ਇੱਕ ਰੇਸ ਲੱਗੀ ਹੋਈ ਹੈ ਕਿ ਬੰਦਾ ਲੜ ਰਿਹਾ ਕਿ ਮੈਂ ਪਹਿਲਾਂ ਆਇਆ ਤੂੰ ਪਹਿਲਾਂ ਆਇਆ, ਮੈਂ ਪਹਿਲਾਂ ਆਇਆ ਤੂੰ ਪਹਿਲਾਂ ਆਇਆ, ਉਹ ਕੰਪੀਟੀਸ਼ਨ ਜਿਹਾ ਬਣ ਗਿਆ। ਇਹਨੂੰ ਕਹਿੰਦੇ ਰਜੋਗੁਣ, ਕੰਪੈਰੀਜ਼ਨ ਕਰਨਾ, ਕੰਪੀਟ ਕਰਨਾ, ਭਾਵੇਂ ਓਪਨਲੀ ਕਰਨਾ, ਓਵਰਟਲੀ ਕਰਨਾ, ਭਾਵੇਂ ਇੰਟਰੋਵਰਟਲੀ ਕਰਨਾ। ਆਪਣੇ ਮਾਈਂਡ 'ਚ ਰੱਖਣਾ ਕਿ ਮੈਂ ਉਸ ਤੋਂ ਵੱਡਾ ਘਰ ਲੈਣਾ ਹੈ, ਮੈਂ ਉਸ ਤੋਂ ਵੱਡੀ ਗੱਡੀ ਲੈਣੀ ਹੈ, ਮੈਂ ਉਸ ਤੋਂ ਜ਼ਿਆਦਾ ਪੈਸਾ ਬਣਾਉਣਾ ਹੈ, ਮੈਂ ਉਸ ਤੋਂ ਜ਼ਿਆਦਾ ਵਧੀਆ ਇਹ ਕਰਨਾ ਹੈ, ਪ੍ਰੋਗਰਾਮ ਕਰਨਾ। ਇਹ ਰਜੋਗੁਣ। ਫਿਰ ਤਮੋਗੁਣ ਆ ਗਿਆ ਕਿ ਬਈ ਤਮੋਗੁਣ ਵਾਲਾ ਕਹਿੰਦਾ ਕਿ ਵੀ ਮੈਂ ਤੇ ਆਰਾਮ ਕਰਨਾ ਹੈ, ਕੋਈ ਲੋੜ ਹੀ ਨਹੀਂ ਆਪਾਂ ਨੂੰ, ਮੇਰੇ ਪਿਓ ਨੇ ਮਾਂ ਨੇ ਬਹੁਤ ਪੈਸਾ ਕਮਾ ਲਿਆ, ਮੈਂ ਬਸ ਇੱਕ ਚੰਗੀ ਜਿਹੀ ਨੌਕਰੀ ਕਰਾਂਗਾ ਔਰ ਐਸ਼ ਕਰਾਂਗਾ, ਬਹੁਤ ਪੈਸਾ ਕਮਾ ਲਿਆ ਇਹਨਾਂ ਨੇ। ਇਹ ਤਮੋਗੁਣ ਹੈ। ਤਮੋਗੁਣ ਇਜ਼ ਅ ਸਾਈਡ ਇਫੈਕਟ ਆਫ ਪਹਿਲਾਂ ਜਿਹਨੇ ਰਜੋਗੁਣ ਕੀਤਾ ਹੈ, ਉਹ ਤਮੋਗੁਣ ਪ੍ਰਦਾਨ ਕਰਕੇ ਜਾਂਦਾ ਆਪਣੇ ਬੱਚਿਆਂ ਨੂੰ। ਉਹ ਐਸ਼ ਕਰਦੇ ਨੇ, ਸਵੇਰੇ ਲੇਟ ਉੱਠਦੇ ਨੇ, ਲੀਜ਼ੀ ਬੱਚੇ ਹੁੰਦੇ ਨੇ, ਹੈ ਨਾ। ਉਹ ਫਿਰ ਉਹ ਹਨੇਰਾ ਕਰਕੇ, ਡਿਮ ਲਾਈਟ ਕਰਕੇ ਬੈਠੇ ਰਹਿੰਦੇ ਨੇ ਦਿਨੇ ਵੀ, ਹੈ ਨਾ। ਇਹ ਤਮੋਗੁਣ ਹੈ। ਤਮੋਗੁਣ ਹਮੇਸ਼ਾ ਹਨੇਰੇ ਵਾਲੀ ਜਗ੍ਹਾ ਤੇ ਹੁੰਦਾ, ਰਾਤ ਨੂੰ ਨਾਈਟ ਕਲੱਬਾਂ ਤੇ ਹੁੰਦਾ, ਇੱਦਾਂ ਦੀ ਜਗ੍ਹਾ ਤੇ ਹੁੰਦਾ। ਤੇ ਤਮੋਗੁਣ 'ਚ ਆਲਸ ਬਹੁਤ ਹੈ। ਆਲਸ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਇਹ ਮਨ ਆਲਸ ਕਿਆ ਕਰੇ, ਹੈ ਨਾ, ਗੁਰਮੁਖ ਨਾਮ ਤੇ ਆਏ। ਆਲਸ, ਲੇਜ਼ੀਨੈਸ ਬੜੀ ਹੈ। ਠੰਡੇ ਪਾਣੀ ਨਾਲ ਰਹਿਤਾ ਮੇਰੇ ਠੰਡੇ ਪਾਣੀ ਚੋਂ ਨਾ ਨਾਵੇ, ਉਹਦਾ ਮਤਲਬ ਇਹ ਨਹੀਂ ਕਿ ਅਸੀਂ ਠੰਡੇ ਪਾਣੀ ਨਾਲ ਨਹਾਣਾ, ਉਹਦਾ ਕਿ ਅੰਮ੍ਰਿਤ ਵੇਲੇ ਉੱਠ ਕੇ ਨਹਾਣਾ ਹੈ। ਨਹਾਉਣ ਤੋਂ ਨਹੀਂ ਕਤਰਾਣਾ ਕਿ ਹੁਣ ਮੈਂ ਥੋੜਾ ਲੇਟ ਨਹਾ ਲਾਂਗਾ, ਜਰਾ ਉੱਠ ਕੇ ਜਰਾ ਘੁੰਮ ਲਵਾਂ ਘਰ ਦੇ ਅੰਦਰ, ਨਹੀਂ। ਆਲਸ ਨਹੀਂ ਕਰਨਾ ਹੈ, ਆਲਸ ਨੂੰ ਰੋਕਿਆ ਗੁਰੂ ਸਾਹਿਬ ਨੇ, ਡਿਸਿਪਲਿਨ ਰੱਖਣਾ ਲਾਈਫ ਦੇ ਅੰਦਰ। ਤਮੋਗੁਣ ਦੂਜਾ ਹੋ ਗਿਆ। ਤੇ ਫਿਰ ਤੀਜਾ ਸਤੋਗੁਣ। ਸਤੋਗੁਣ ਵਾਲੇ ਹੈਗੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਰਜੋਗੁਣ ਵੀ ਜ਼ਿਆਦਾ ਨਹੀਂ ਕਰਨਾ, ਤਮੋਗੁਣ ਵੀ ਜ਼ਿਆਦਾ ਨਹੀਂ ਕਰਨਾ, ਅਸੀਂ ਬੈਲੈਂਸ ਕਰਾਂਗੇ ਔਰ ਅਸੀਂ ਆਪਣੀ ਲਾਈਫ ਨੂੰ ਤਾਂ ਬੈਲੈਂਸ ਸਹੀ ਤਰੀਕੇ, ਕੁਝ ਗਲਤ ਐਥੀਕਲੀ ਕਰੈਕਟ ਹੋਵਾਂਗੇ, ਕੁਝ ਵੀ ਐਥੀਕਲੀ ਰੋਂਗ ਹੈ ਅਸੀਂ ਬੋਲਾਂਗੇ ਇੱਦਾਂ ਤਾਂ ਨਹੀਂ ਕਰਨਾ ਚਾਹੀਦਾ ਸੀ, ਇੱਦਾਂ ਤਾਂ ਨਹੀਂ ਕਰਨਾ ਚਾਹੀਦਾ ਸੀ। ਇਹ ਸਤੋਗੁਣ। ਪਰ ਕਬੀਰ ਜੀ ਇਸ ਲਾਈਨ 'ਚ ਕਹਿੰਦੇ ਨੇ, ਕਹਿੰਦੇ ਰਜਗੁਣ, ਤਮਗੁਣ, ਸਤਗੁਣ ਕਈ ਹੈ, ਇਹ ਤਿੰਨੋਂ ਗੁਣ ਜਿਹੜੇ ਨੇ ਇਹ ਤੇਰੀ ਸਭ ਮਾਇਆ, ਇਹ ਮਾਇਆ ਹੈ, ਇਹ ਸਭ ਤ੍ਰਿਸ਼ਨਾ। ਕਿਉਂਕਿ ਸਾਰੇ ਅਚੀਵ ਕਰਨਾ ਚਾਹੁੰਦੇ ਨੇ ਇੱਕ ਸਟੇਟਸ ਅਚੀਵ ਕਰਨਾ ਚਾਹੁੰਦੇ ਨੇ। ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਚੌਥਾ ਪਦ ਕਿਹੜਾ ਹੈ? ਸਹਿਜ ਦਾ ਪਦ ਹੈ। ਸਹਿਜ ਵਿੱਚ ਕੋਈ ਐਫਰਟ ਨਹੀਂ ਹੈ, ਕੋਈ ਰਿਜ਼ਲਟਸ ਓਰੀਐਂਟਡ ਨਹੀਂ ਹੈ। ਸੇਵਾ ਕਰ ਰਹੇ ਨੇ ਗੁਰੂ ਅਮਰਦਾਸ ਜੀ, ਪਾਣੀ ਲੈ ਕੇ ਆ ਰਹੇ ਨੇ, ਬਟ ਉਹਦੇ ਬਦਲੇ ਉਹਨਾਂ ਨੂੰ ਇਹ ਨਹੀਂ ਕਿ ਮੈਨੂੰ ਗੁਰਿਆਈ ਮਿਲਣੀ ਹੈ। ਸੇਵਾ ਕਰ ਰਹੇ ਨੇ ਭਾਈ ਲੈਣਾ ਜੀ, ਉਹਨਾਂ ਨੂੰ ਇਹ ਨਹੀਂ ਕਿ ਮੈਨੂੰ ਗੁਰਿਆਈ ਮਿਲਣੀ ਹੈ। ਜੋ ਸੇਵਾ ਇਹ ਸੋਚ ਕੇ ਕਰਦਾ ਕਿ ਇਹਦੇ ਬਦਲੇ ਮੈਨੂੰ ਕੁਝ ਵੀ ਪ੍ਰਾਪਤ ਹੋਵੇ, ਉਹ ਸੇਵਾ ਜਿਹੜੀ ਹੈ ਇੱਕ ਡੀਲ ਹੈ ਵਾਹਿਗੁਰੂ ਦੇ ਨਾਲ, ਭਾਵੇਂ ਉਹ ਬੋਲੇ ਜਾਂ ਨਾ ਬੋਲੇ। ਜਿਹੜੀ ਸੇਵਾ ਦੇ ਅੰਦਰ ਡੀਲ ਹੈ ਉਹ ਸੇਵਾ ਨਹੀਂ ਹੈ। ਸੇਵਾ ਹਮੇਸ਼ਾ ਨਿਸ਼ਕਾਮ ਹੁੰਦੀ ਸੀ। ਇਸੇ ਕਰਕੇ 2 ਵਰਡ ਕੋਇਨ ਕੀਤੇ ਨੇ ਕ੍ਰੈਸ਼ ਕੋਰਸ ਅੰਦਰ, ਸੈਲਫਲੈਸ ਸਰਵਿਸ। तो सेल्फलेस हो जाओगे तो भाजी आंसर मिल जाएगा कि ये वाकई नीड है कि वांट है। तुसी सवेरे उठ के परौंठा बना के खादा, ये सेल्फलेस है, तुहानू खाना है, तुहानू कैलोरी की लोड़ है, ठीक है। तुसी सवेरे उठ के पनीर परौंठा खा लिया किसी दिन, चलो तुहानू थोड़ा तेरे मन नू दिल कीता टेस्ट आ गया तो खा लिया। हुण तुहानू ये कि भाई मेरे घर परौंठा बनिया है और हुण मेरे घर कल सोने की थाली च मैं खाना है, मैं किसी शेख नू देखते खाना, वो नीड नहीं, वो वांट है। वांट ਨੂੰ ਗ੍ਰੀਡ ਕਹਿੰਦੇ। I want this, I need this। ਇਹ ਡਿਫਰੈਂਸ਼ੀਅਸ ਹੈਗੇ ਨਹੀਂ, ਲਾਈਕ ਵਾਂਟ ਐਂਡ ਨੀਡ। ਗੋਰੇ ਨੂੰ ਨੀਡ ਐਂਡ ਲੋੜ ਆ, ਵਾਂਟ ਜਿਹੜੀ ਆ ਤ੍ਰਿਸ਼ਨਾ ਆ ਗਈ। ਜਤਨਪਾਲ ਵੀਰ ਜੀ ਰਾਈਟ, 2 ਚੀਜ਼ਾਂ ਜੋ ਮੈਂ ਅੰਡਰਸਟੈਂਡ ਕੀਤੀਆਂ ਜਦੋਂ ਮੈਂ ਆਨਸਰ ਚਾਹੁੰਦੇ ਸੀ, ਇੱਕ ਨੀਡ ਹੈ, ਇੱਕ ਵਾਂਟ ਆ, ਹੈ ਨਾ। ਨੀਡ ਜਿਹੜੀ ਆ ਲੋੜਵੰਦ ਆ, ਵਾਂਟ ਜਿਹੜੀ ਆ ਇਹਨੇ ਫਲਾਣੇ ਨੇ ਆਈਫੋਨ ਲਿਆ ਮੈਨੂੰ ਵੀ ਚਾਹੀਦਾ, I want it, I don't care how you gonna get me। ਨੀਡ ਆ ਵੀ ਮੈਨੂੰ ਲੋੜ ਆ, ਮੈਂ ਜੇ ਬਾਹਰ ਜਾਣਾ ਆ ਜਾਨੀ ਆ ਤੇ ਮੈਂ ਤੁਹਾਡੇ ਨਾਲ ਵੀ ਐਮਰਜੈਂਸੀ 'ਚ ਗੱਲਬਾਤ ਕਰ ਸਕਾਂ। ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਜੇ ਪਰੌਂਠਾ ਨਹੀਂ ਮਿਲਿਆ, ਕੱਲ ਤੁਹਾਨੂੰ ਰੋਟੀ ਮਿਲੀ, ਤੁਸੀਂ ਉਹਦੇ 'ਚ ਵੀ ਗੁਜ਼ਾਰਾ ਕਰ ਲਓ, ਵਾਹਿਗੁਰੂ ਦਾ ਸ਼ੁਕਰ ਮਨਾ ਲਓ, ਤੇ ਫਿਰ ਉਹ ਨੀਡ ਨਹੀਂ ਰਹੀ, ਤੁਸੀਂ ਇੱਕਦਮ ਸੰਤੁਸ਼ਟ ਹੋ। ਪਰ ਜੇ ਤੁਹਾਨੂੰ ਅੱਜ ਤੁਸੀਂ ਵੱਡੇ ਘਰ 'ਚ ਰਹਿ ਰਹੇ ਹੋ, ਕੱਲ ਬੇਸਮੈਂਟ 'ਚ ਰਹਿ ਰਹੇ ਹੋ, ਤੁਸੀਂ ਕੰਪਲੇਨ ਕਰਨੀ ਸ਼ੁਰੂ ਕਰ ਦਿਓ ਕਿ ਮੇਰਾ ਤੇ ਬੇੜਾ ਗਰਕ ਹੋ ਗਿਆ, ਤੁਹਾਨੂੰ ਤੇਰਾ ਕੀ ਮਿੱਠਾ ਦਾ ਸਿਧਾਂਤ ਹੀ ਨਹੀਂ ਸਮਝ ਆਇਆ, ਫਿਰ ਤੁਸੀਂ ਨੀਡ ਤੇ ਵਾਂਟ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾਏ। ਜੋ ਗੁਰੂ ਦੇ ਰਿਹਾ, ਜਿੱਦਾਂ ਵੀਰ ਜੀ ਨੇ ਕਿਹਾ ਕਿ ਰਜੋ ਜੋ ਗੁਰੂ ਸਾਹਿਬ ਦੇ ਰਹੇ ਨੇ, ਤੁਸੀਂ ਗਰੋ ਕਰੋ। ਪਰ ਗਰੋ ਕਰਨ ਦੇ ਪਿੱਛੇ ਵੀ ਰੀਜ਼ਨ ਕੀ ਹੈ ਕਿ ਮਤਲਬ ਇਹ ਕਦੀ ਕਦੀ ਕੀ ਹੁੰਦਾ ਕਿ ਤੁਸੀਂ ਆਪਣਾ ਟੈਲੈਂਟ ਗਰੋ ਕਰੋ, ਆਪਣੀ ਕਰੋ, ਆਪਣਾ ਤੁਸੀਂ ਚੰਗੇ ਦਿਲ ਦੇ ਨਾਲ ਆਪਣਾ ਕੰਮ ਕਰੋ, ਤੁਸੀਂ ਆਟੋਮੈਟਿਕਲੀ ਨੈਚੁਰਲੀ ਗਰੋ ਕਰੋਗੇ। ਇੱਕ ਹੁੰਦਾ ਨੈਚੁਰਲੀ ਗਰੋ ਕਰਨਾ, ਇੱਕ ਹੁੰਦਾ ਐਗਰੈਸਿਵਲੀ ਗਰੋ ਕਰਨਾ।
ਸਿੱਖੀਜ਼ਮ ਵਿੱਚ ਅਗਰੈਸਿਵਲੀ ਗਰੋ ਕਰਨ ਨੂੰ ਮਨਾ ਕੀਤਾ ਗਿਆ। ਜਿੱਦਾਂ ਕੋਈ ਵੀ ਬੰਦਾ ਮੈਂ ਬਿਲੀਵ ਕਰਦਾ ਕੋਈ ਵੀ ਬੰਦਾ ਬਿਲੀਅਨਰ ਬਣ ਸਕਦਾ ਹੈ, ਕੋਈ ਵੀ ਬੰਦਾ, ਕਿਉਂਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਪੈਸੇ ਕਮਾਉਣਾ ਬਹੁਤ ਆਸਾਨ ਹੈ ਦੁਨੀਆ ਦੇ ਅੰਦਰ, ਕੋਈ ਬੰਦਾ ਬਣ ਸਕਦਾ ਹੈ। ਐਸਾ ਗੁਰਬਾਣੀ ਪੜ੍ਹਨ ਵਾਲੇ ਨੂੰ ਇਹਦੇ ਤੇ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਇੰਨੇ ਬਲਵਾਨ ਨੇ, ਜੇ ਉਹ ਚਾਹੇ ਤੇ ਦਿਨ ਰਾਤ ਲੱਗ ਜਾਵੇ ਨਾ ਤਾਂ ਉਹ ਈਲਨ ਮਸਕ ਨੂੰ ਵੀ ਪਿੱਛੇ ਛੱਡ ਸਕਦਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਇਹਦੇ ਤੋਂ ਕੋਈ ਲੱਕ ਵਾਲੀ ਗੱਲ ਹੈ ਨਹੀਂ ਹੈ, ਇਹਦੇ ਤੋਂ ਕੋਈ ਦੋ ਰਾਏ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ, ਮੈਨੂੰ ਇਹਦੇ ਤੋਂ ਕੋਈ ਸ਼ੱਕ ਨਹੀਂ ਇਸ ਗੱਲ ਤੇ। ਪਰ ਪੁਆਇੰਟ ਇਹ ਹੈ ਕਿ ਜਦੋਂ ਗੁਰਬਾਣੀ ਪੜ੍ਹਦੇ ਹਾਂ ਸਾਡੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ, ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ। ਔਰ ਅਸੀਂ ਫਿਰ ਜੋ ਜਿੰਨਾ ਪੈਸਾ ਕਮਾ ਸਕਦੇ ਹਾਂ ਉਹਦੇ ਤੋਂ ਅਸੀਂ ਥੋੜਾ ਟਾਈਮ ਇਨਵੈਸਟ ਕਰਦੇ ਹਾਂ ਕਿ ਅਸੀਂ ਸੇਵਾ ਕਰ ਲਈਏ, ਅਸੀਂ ਇਹ ਕਰ ਲਈਏ। ਜਿੱਦਾਂ ਬਿੰਦਰ ਬੈਂਡੀ ਸਤਨਾਮ ਸਿੰਘ ਜੀ ਨੇ, ਇਹਨਾਂ ਦੀ ਫੈਕਟਰੀ ਹੈ, ਉਦੋਂ 14 ਸਾਲ ਪਹਿਲਾਂ ਸੇਵਾ ਇੰਨਾ ਟਾਈਮ ਲਾ ਰਹੇ ਨੇ, ਹੈ ਨਾ। ਲੋਕ ਸੋਚਣਗੇ ਪਤਾ ਨਹੀਂ ਕਿਉਂ ਆਪਣਾ ਟਾਈਮ ਵੇਸਟ ਕਰ ਰਹੇ ਨੇ, ਕਿਉਂਕਿ ਉਹ ਗੁਰਬਾਣੀ ਡਾਇਰੈਕਸ਼ਨ ਦਿੰਦੀ ਹੈ ਕਿ ਬਈ ਇੱਥੇ ਸ਼ਾਂਤੀ ਨਹੀਂ ਮਿਲਣੀ, ਇੱਥੇ ਸ਼ਾਂਤੀ ਮਿਲਣੀ ਹੈ, ਇੱਥੇ ਤ੍ਰਿਸ਼ਨਾ ਬੁਝਣੀ ਹੈ ਹਰ ਕੇ ਨਾਲ, ਹੈ ਨਾ। ਤੇ ਉਹ ਜਿਹੜੀ ਗਰੋਥ ਹੈ, ਦਿਸ ਨੋ ਲਿਮਿਟ। ਜਦੋਂ ਤੁਸੀਂ ਸ਼ਬਦ ਪੜ੍ਹਿਆ ਸੀ ਕਿ ਮਨ ਹੋਰ ਮੰਗਦਾ, ਮਨ ਹੋਰ ਮੰਗਦਾ, ਇਹ ਵਧੀ ਜਾਣਾ, ਵਧੀ, ਇਟਸ ਨੈਵਰ ਗੋਣਾ ਸਟਾਪ, ਦਿਸ ਨੋ ਸਟਾਪਿੰਗ ਫॉर द ਮਾਈਂਡ, ਉਹਨੇ ਕਦੇ ਨਹੀਂ ਸਟਾਪ ਕਰਨਾ। ਤੇ ਇਸ ਕਰਕੇ ਜਿਹਨੂੰ ਸਮਝ ਆ ਜਾਂਦੀ ਹੈ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਕਰਨਾ। ਕਬੀਰ ਜੀ ਜਦੋਂ ਇੱਕ ਟਾਈਮ ਆਇਆ ਸੀ, ਕਬੀਰ ਜੀ ਨੇ ਵਿੱਚ ਆਪਣਾ ਕੰਮ ਕਰਨਾ ਥੋੜਾ ਜਿਹਾ ਬੰਦ ਕਰਤਾ 1-2 ਦਿਨਾਂ ਲਈ। ਉਹਨਾਂ ਦੀ ਮਦਰ ਕਹਿਣ ਲੱਗੀ ਕਿ ਤੂੰ ਹੁਣ 2 ਦਿਨ ਕੱਪੜੇ ਵੇਚ ਕੇ ਆਇਆ ਤੇ ਤੂੰ ਕੀ ਕਹਿੰਦੇ ਨੇ, ਤੂੰ ਕਰ ਹੀ ਨਹੀਂ ਰਿਹਾ। ਕਹਿੰਦਾ ਜਦੋਂ ਮੈਂ ਸੂਈ 'ਚ ਧਾਗਾ ਪਾਉਂਦਾ ਵਾ ਉਸ ਸੈਕਿੰਡ ਲਈ ਮੈਨੂੰ ਆਰਾਮ ਭੁੱਲ ਜਾਂਦਾ। ਸ਼ਬਦ ਵੀ ਲਿਖਿਆ ਉਹਨਾਂ ਨੇ, ਮਤਲਬ ਉਹਨਾਂ ਦੀ ਪਿਆਰ ਦੀ ਸ਼ਬਦ ਹੈਗਾ ਕਿ ਮੈਂ ਜਦੋਂ ਸੂਈ ਪਾਉਂਦਾ ਵਾ ਮੇਰੇ ਚੇਤੇ 'ਚੋਂ ਪਰਮਾਤਮਾ ਨਿਕਲ ਜਾਂਦਾ, ਮਤਲਬ ਬੋਲਣ ਦੀ ਗੱਲ ਨਹੀਂ, ਮੇਰੇ ਚੇਤੇ 'ਚੋਂ ਨਿਕਲ ਜਾਂਦਾ। ਤੇ ਇਸ ਕਰਕੇ ਮੈਂ ਸੂਈ ਸੁੱਟ ਦਿੱਤੀ, ਧਾਗਾ ਸੁੱਟ ਦਿੱਤਾ 2 ਦਿਨ ਲਈ, ਹੈ ਨਾ, ਕਿ ਮੈਨੂੰ ਤੂੰ ਭੁੱਲਣਾ ਨਹੀਂ ਚਾਹੀਦਾ ਵਾਹਿਗੁਰੂ, ਮੇਰੇ ਚੇਤੇ 'ਚੋਂ ਨਹੀਂ ਨਿਕਲਣਾ ਚਾਹੀਦਾ। ਕਿਉਂਕਿ ਚੇਤੇ 'ਚੋਂ ਮੇਰੀ ਚਿੰਤਾ ਹੋ ਗਈ ਕਿ ਸੂਈ ਦਾ ਧਾਗਾ ਪੈ ਰਿਹਾ ਕਿ ਨਹੀਂ ਪੈ ਰਿਹਾ। ਜੋ ਚਿੰਤਾ ਵੜ ਜਾਂਦੀ ਮਾਈਂਡ ਵਿੱਚ, ਚਿੰਤਾ ਚੇਤੇ ਤੋਂ ਚਲੇ ਜਾਂਦਾ। ਚੇਤਾ ਤੇ ਚਿੰਤਾ ਇੱਕੋ ਚੀਜ਼ ਹੈ, ਜਾਂ ਚੇਤੇ ਵਿੱਚ ਵਾਹਿਗੁਰੂ ਰਹੇਗਾ ਜਾਂ ਚਿੰਤਾ ਰਹੇਗੀ। ਜੋ ਚਿੰਤਾ ਰਹੇਗੀ ਤੇ ਵਾਹਿਗੁਰੂ ਨਹੀਂ ਰਹੇਗਾ, ਜੇ ਚਿੰਤਾ ਰਹੇਗੀ ਤੇ ਵਾਹਿਗੁਰੂ ਨਹੀਂ ਰਹੇਗਾ, ਜੇ ਚਿੱਤ ਵਿੱਚ ਵਾਹਿਗੁਰੂ ਰਹੇਗਾ ਤੇ ਚਿੰਤਾ ਨਹੀਂ ਰਹੇਗੀ। ਤਾਂ ਗੁਰਬਾਣੀ ਕਹਿੰਦੀ ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ। ਫਿਰ ਜਦੋਂ ਤ੍ਰਿਸ਼ਨਾ ਹੁੰਦੀ ਹੈ ਨਾ, ਜਦੋਂ ਅਸੀਂ ਵਾਂਟ ਕ੍ਰੀਏਟ ਕਰਦੇ ਹਾਂ, ਜੇ ਉਹ ਵਾਂਟ ਪੂਰੀ ਨਹੀਂ ਹੁੰਦੀ ਤੇ ਫਿਰ ਚਿੰਤਾ ਪੈਦਾ ਹੁੰਦੀ ਹੈ, ਵਰੀ ਪੈਦਾ ਹੁੰਦੀ ਹੈ, ਆਮ ਵਰੀਡ, ਮੇਰਾ ਕੰਮ ਨਹੀਂ ਹੋਇਆ। ਔਰ ਉਹ ਵਰੀ ਦੇ ਨਾਲ ਜਿੱਥੇ ਚਿੱਤ ਵਿੱਚ ਰਾਮ ਨੇ ਬੈਠਣਾ ਸੀ, ਚਿੱਤ ਦਾ ਤਖਤ ਤੇ, ਸਾਡੇ ਮਨ ਦੇ ਡੀਪੈਸਟ ਕਾਰਨਰ ਵਿੱਚ ਚਿੱਤ ਹੁੰਦਾ, ਉਸ ਚਿੱਤ ਦੇ ਥਰੋਨ ਦੇ ਉੱਤੇ ਰਾਮ ਨੇ ਬੈਠਣਾ ਸੀ, ਉਸ ਪਰਮਾਤਮਾ ਨੇ ਬੈਠਣਾ ਸੀ। ਪਰ ਉਸ ਚਿੱਤ ਦੇ ਥਰੋਨ ਤੇ ਅਸੀਂ ਰਾਮ ਨੂੰ ਸਾਈਡ ਤੇ ਕਰਕੇ ਆਪਣੀ ਚਿੰਤਾ ਨੂੰ ਉੱਤੇ ਬਿਠਾਤਾ। ਉਸ ਟਾਈਮ ਤੇ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ, ਸਿਮਰਨ ਨਹੀਂ ਕਰ ਸਕਦੇ। ਤੇ ਕਬੀਰ ਜੀ ਕਹਿੰਦੇ ਜਦੋਂ ਸੂਈ ਵਿੱਚ ਧਾਗਾ ਪਾ ਰਿਹਾ ਮੈਨੂੰ ਚਿੰਤਾ ਹੋ ਰਹੀ ਸੀ, ਇਸ ਕਰਕੇ ਮੈਂ ਸੂਈ ਤੇ ਧਾਗਾ ਸੁੱਟ ਦਿੱਤਾ। ਮੈਨੂੰ ਚਿੱਤ ਵਿੱਚ ਵਾਹਿਗੁਰੂ ਚਾਹੀਦਾ, ਚਿੰਤਾ ਨਹੀਂ ਚਾਹੀਦੀ। ਸਾਰੇ ਬੋਲੋ ਜੀ ਵਾਹਿਗੁਰੂ। ਸੋ ਕਹਿਣ ਦਾ ਮਤਲਬ ਕਿ ਅਸੀਂ ਜਿਹੜੀ ਅਸੀਂ ਕੋਈ ਵੀ ਡਰਾਈਵ ਕਰਦੇ ਹਾਂ, ਕੋਈ ਵੀ ਚੀਜ਼ ਕਰਦੇ ਹਾਂ ਕਿ ਇਹ ਚੀਜ਼ ਇੱਦਾਂ ਆਪਾਂ ਕਰਨੀ ਹੈ ਨਾ, ਪਰ ਉਹਦੇ ਵਿੱਚ ਇੱਕ ਸਹਿਜ ਜਿਹਾ ਰੱਖਣਾ ਕਿ ਗੁਰੂ ਸਾਹਿਬ ਜਿਹੜੇ ਨੇ ਨਾ ਬੜੇ ਬਲਵਾਨ ਨੇ, ਉਹ ਆਪੇ ਆਪਣਾ ਕੰਮ ਕਰ ਲੈਂਦੇ ਨੇ। ਆਪਾਂ ਜਾਂ ਆਨਲਾਈਨ ਕ੍ਰੈਸ਼ ਕੋਰਸ ਲਗਾਇਆ, ਆਪਾਂ ਵਰੀ ਕਰ ਰਹੇ ਸੀ ਭੈਣ ਜੀ ਕਿ ਹੋਏਗਾ ਕਿ ਨਹੀਂ ਹੋਏਗਾ, ਤੁਹਾਨੂੰ ਯਾਦ ਹੈ ਮਤਲਬ ਕਿ ਅਸੀਂ ਹੋ ਜਾਏਗਾ, ਹੋ ਗਿਆ ਨਾ। ਗੁਰੂ ਸਾਹਿਬ ਕਿਰਪਾ ਕਰਦੇ ਨੇ, ਅਸੀਂ ਉਹਨਾਂ ਤੇ ਟਰਸਟ ਕਰਨਾ, ਹੋ ਜਾਏਗਾ ਸਭ ਕੁਝ। ਅਸੀਂ ਜਦੋਂ ਉਹਨਾਂ ਦਾ ਕੰਮ ਕਰ ਰਹੇ ਹਾਂ, ਉਹਨਾਂ ਦਾ ਕੰਮ ਆਪੇ ਹੋ ਜਾਣਾ, ਕਦੇ ਰੁਕਣਾ ਨਹੀਂ ਹੈ। ਉਹ ਜੋ ਚਾਹਣਗੇ ਜ਼ਰੂਰ ਹੋਏਗਾ, ਉਹ ਹੈਗੇ ਨੇ, ਵਾਹਿਗੁਰੂ ਜੀ ਐਗਜ਼ਿਸਟ ਕਰਦੇ ਨੇ। ਇਹ ਗੱਲ ਵੱਖਰੀ ਹੈ, ਅਸੀਂ ਆਈਡੀਆ ਲਗਾਉਂਦੇ ਹਾਂ, ਅਸੀਂ ਮਹਿਸੂਸ ਕਰਦੇ ਹਾਂ, ਪਰ ਵਾਹਿਗੁਰੂ ਜੀ ਐਗਜ਼ਿਸਟ ਕਰਦੇ ਨੇ ਕਿਉਂਕਿ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਦੇ ਨੇੜੇ ਹੋ ਕੇ ਦਿਖਾਉਂਦੇ ਨੇ, ਉਹਨਾਂ ਦੇ ਕੋਲ ਹੋ ਕੇ ਦਿਖਾਉਂਦੇ। ਗੁਰਬਾਣੀ ਕਹਿੰਦੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਹਮੇਸ਼ਾ ਮੇਰੇ ਨਾਲ ਹੈ। ਪਰ ਇਹ ਇੱਕ ਫੀਲਿੰਗ ਨਹੀਂ ਹੈ, ਇੱਕ ਇਮੈਜੀਨੇਸ਼ਨ ਨਹੀਂ ਹੈ, ਰਿਐਲਿਟੀ ਹੈ। ਪਰ ਉਹ ਜਦੋਂ ਚਿੰਤਾ ਤੋਂ ਚਿੱਤ ਵਿੱਚ ਵਾਹਿਗੁਰੂ ਆ ਗਿਆ, ਆਪੇ ਤ੍ਰਿਸ਼ਨਾ ਬੁੱਝ ਜਾਏਗੀ। ਇਹਨੂੰ ਕਹਿੰਦੇ ਤ੍ਰਿਸ਼ਨਾ ਬੁੱਝੈ ਹਰ ਕਾ ਨਾਮ। ਪਰਮਾਤਮਾ ਦੇ ਨਾਮ ਦੇ ਨਾਲ ਤ੍ਰਿਸ਼ਨਾ ਬੁੱਝ ਜਾਂਦੀ ਹੈ, ਵਾਹਿਗੁਰੂ ਦੇ ਪਿਆਰ ਦੇ ਨਾਲ ਬੁੱਝਦੀ ਹੈ। ਜੋ ਵੀਰ ਜੀ ਨੇ ਸ਼ਬਦ ਬੋਲਿਆ ਸੀ, ਵੀਡੀਓ ਲਾਈਨ ਫਿਰ ਤੋਂ ਪੜ੍ਹੋਗੇ, ਬੜੀ ਪਿਆਰੀ ਲਾਈਨ ਸੀ ਉਹ, ਤ੍ਰਿਸ਼ਨਾ ਹਰ ਕੇ ਨਾਮ ਪਿਆਰ, ਤੁਸੀਂ ਲਾਈਨ ਪੜ੍ਹੀ ਸੀ। ਤ੍ਰਿਸ਼ਨਾ ਬੁੱਝੈ, ਇੱਕ ਮਿੰਟ ਵਿੱਚ ਮੈਂ ਓਪਨ ਕਰਦਾ। ਤ੍ਰਿਸ਼ਨਾ ਬੁੱਝੈ ਤ੍ਰਿਪਤ ਹੋਏ ਹਰ ਕੈ ਨਾਏ ਪਿਆਰ। ਹਾਂ, ਤ੍ਰਿਸ਼ਨਾ ਬੁੱਝ ਜਾਏਗੀ, ਤ੍ਰਿਪਤ ਹੋ ਜਾਏਗਾ ਹਰ ਕੇ ਨਾਮ ਦੇ ਪਿਆਰ ਦੇ ਨਾਲ, ਵਾਹਿਗੁਰੂ ਦੇ ਨਾਮ ਦੇ ਪਿਆਰ ਦੇ ਨਾਲ। ਤਾਂ ਵਾਹਿਗੁਰੂ ਜਦੋਂ ਚਿੱਤ ਵਿੱਚ ਆ ਗਿਆ ਵਾਹਿਗੁਰੂ, ਫਿਰ ਕਾਹਦੀ ਚਿੰਤਾ ਕਿ ਇਹ ਕੰਮ ਹੋਣਾ ਕਿ ਨਹੀਂ ਹੋਣਾ। ਜੇ ਵਾਹਿਗੁਰੂ ਨਹੀਂ ਚਾਹੁੰਦਾ ਨਹੀਂ ਹੋਣਾ ਤਾਂ ਠੀਕ ਹੈ, ਫਿਰ ਇੱਦਾਂ ਹੀ ਸੀ। ਜੇ ਵਾਹਿਗੁਰੂ ਚਾਹੁੰਦਾ ਮੈਨੂੰ ਤਤੀ ਤਵੀ ਤੇ ਬਿਠਾਣਾ ਤਾਂ ਇੱਦਾਂ ਹੀ ਸੀ। ਵਾਹਿਗੁਰੂ ਚਾਹੁੰਦਾ ਮੈਨੂੰ ਨੀਹਾਂ ਚੜਾਉਣਾ ਤਾਂ ਫਿਰ ਠੀਕ ਹੈ, ਇੱਦਾਂ ਹੀ ਸੀ। ਵਾਹਿਗੁਰੂ ਚਾਹੁੰਦਾ ਮੈਂ ਈਲਨ ਮਸਕ ਬਣ ਜਾਵਾਂ ਤਾਂ ਫਿਰ ਇੱਦਾਂ ਹੀ ਸੀ।
ਦੋਨੋਂ ਪਾਸੇ ਫਰਕ ਨਹੀਂ ਹੋਣਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ। ਇਹ ਨਹੀਂ ਸੋਚਣਾ ਨਹੀਂ ਜੀ ਅਸੀਂ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ, ਇਹ ਵੀ ਨਹੀਂ, ਇਹ ਵੀ ਨਾਟਕ ਨਹੀਂ ਚਾਹੀਦਾ। ਕੋਈ ਫਰਕ ਨਹੀਂ ਪੈਂਦਾ, ਕੁਝ ਫਰਕ ਨਹੀਂ ਪੈਂਦਾ, ਨਾ ਇੱਧਰ ਨਾ ਉੱਧਰ, ਕੋਈ ਫਰਕ ਨਹੀਂ ਪੈਂਦਾ। ਇਟ ਡਜ਼ਨਟ ਮੈਟਰ ਐਟ ਆਲ। ਜੇ ਇੱਕ ਪਾਸੇ ਵੀ ਮੈਟਰ ਕਰਦਾ ਹੈ ਨਾ ਤੇ ਫਿਰ ਇਸ਼ੂ ਹੈ, ਫਿਰ ਰਜੋਗੁਣ ਤਮੋਗੁਣ ਸਤੋਗੁਣ ਹੈ, ਕਿਉਂਕਿ ਐਫਰਟਲੈਸ ਹੈ। ਵਾਹਿਗੁਰੂ ਨੂੰ ਪਾਣਾ ਐਫਰਟਲੈਸ ਹੈ, ਸਹਿਜ ਹੈ। ਵਾਹਿਗੁਰੂ ਨੂੰ ਪਾਣਾ ਕੋਈ ਐਫਰਟ ਕਰਕੇ ਨਹੀਂ ਪਾਇਆ ਜਾਂਦਾ, ਮਨ ਹਟ ਕੇ ਨਾ ਪਾਇਆ, ਕੋਈ ਜ਼ਿੱਦ ਕਰਕੇ ਨਹੀਂ ਪਾ ਸਕਦਾ। ਵਾਹਿਗੁਰੂ ਮਨ ਨੂੰ ਸ਼ਾਂਤ ਕਰਕੇ ਪਾ ਸਕਦਾ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਪਰ ਮਨ ਨੂੰ ਸ਼ਾਂਤ ਕਿੱਦਾਂ ਕੀਤਾ ਜਾਵੇ? ਪ੍ਰੋਬਲਮ ਤਾਂ ਇਹ ਆ, ਇਹ ਹੁਣ ਤੁਸੀਂ ਦੱਸਣਾ ਨਾ। ਪਾਉਣ ਲਈ ਮਨ ਨੂੰ ਸ਼ਾਂਤ ਕਰਨਾ ਪੈਣਾ, ਤੇ ਫਿਰ ਰੱਬ ਨੂੰ ਪਾਉਣ ਦਾ ਕਿਆ ਮਤਲਬ ਹੋਇਆ? ਰੱਬ ਨੂੰ ਪਾ ਲਿਆ, ਸ਼ਾਂਤਤਾ ਤਾਂ ਮਿਲਣੀ ਆ। ਹਰ ਕੇ ਨਾਮ ਜਦੋਂ ਵਾਹਿਗੁਰੂ ਦਾ ਚਿੱਤ ਵਿੱਚ ਆ ਜਾਏਗਾ ਨਾ ਤੇ ਫਿਰ ਆਪੇ ਸ਼ਾਂਤ ਹੋ ਜਾਏਗਾ। ਉਹੀ ਦੱਸ ਰਿਹਾ ਮੇਰਾ ਪੁਆਇੰਟ ਹੋਈ ਸੀ, ਪਰ ਤੁਸੀਂ ਦੱਸੋ, ਐਕਸਪਾਂਡ ਕਰੋ ਤੁਸੀਂ ਵੀਰ ਜੀ। ਜਿਹੜੇ ਆਪਾਂ ਜਿਹੜੀ ਨਾ ਗੱਲ ਨੂੰ, ਤੁਸੀਂ ਗੱਲਾਂ ਬਹੁਤ ਸਿਆਣੀਆਂ ਕੀਤੀਆਂ, ਪਰ ਕੁਝ ਗੱਲਾਂ ਰਿਵਰਸ ਆ ਵਿੱਚ ਇਹਦੇ। ਅੱਛਾ ਜਿਹੜੀ ਆਰਡਰ ਜਿਹੜਾ ਹੈਗਾ ਉਹ ਡਿਫਰੈਂਟ ਹੈ। ਤੁਸੀਂ ਗੱਲ ਕੀਤੀ ਆ ਤਮੋ ਗੁਣ, ਸਤੋ ਗੁਣ, ਤੇ ਦੂਸਰਾ ਤੀਸਰਾ ਕਿਹੜਾ ਹੈਗਾ ਹੈ? ਰਜੋ ਗੁਣ। ਜਿਹੜਾ ਤਮੋ ਤਾਂ ਨਾਮ ਤੋਂ ਸਿੱਧਾ ਹੈਗਾ ਤਮੰਨਾ, ਸਾਡੀ ਇੱਛਾ ਸ਼ਕਤੀ। ਜਿਹੜੀ ਜੇ ਸਾਡੀ ਇੱਛਾ ਸ਼ਕਤੀ ਉਹ ਜਿਹੜੀ ਉਹ ਪਾਉਣ ਦੀ ਜਿਹੜੀ ਵਧੀ ਜਾ ਰਹੀ ਹੈਗੀ ਆ, ਤੇ ਜਿਹੜੀ ਰਜੋ ਹੈਗਾ ਜਦੋਂ ਅਸੀਂ ਰੱਜ ਗਏ, ਤੇ ਸਤੋ ਜਿਹੜੀ ਹੈਗੀ ਆ ਉਹ ਜਿਹੜੀ ਸਾਨੂੰ ਚਾਹੀਦੀ ਹੈ, ਜ਼ਰੂਰਤ ਹੈ ਸਾਡੀ, ਜਿਹੜਾ ਰਿਐਲਿਟੀ ਉਹ ਹੈਗੀ ਆ। ਜਿਹੜੀ ਤਮੰਨਾ ਹੈ ਸਾਨੂੰ ਹੋਰ ਗਾਹਾਂ ਤੇ ਗਾਹਾਂ ਹੋਰ ਪਾਉਣ ਨੂੰ, ਇਹ ਸਾਡੇ ਮਨ ਦੀ ਸਥਿਤੀ ਆ। ਜਿਹੜਾ ਸਾਡਾ ਮਨ ਹੈਗਾ, ਜਿਹੜਾ ਸਾਡਾ ਉਹ ਅਫੈਕਟਡ ਹੈਗਾ ਸਾਡੇ ਸਰਾਊਂਡਿੰਗ ਦੇ ਉੱਤੇ। ਜਿਹੜਾ ਮਨ ਹੈ, ਜਿੱਦਾਂ ਗੁਰੂ ਮਹਾਰਾਜ ਨੇ ਸਮਝਾਇਆ ਵੀ ਨਾਨਕ ਮੇਰ ਸਰੀਰ ਕਾ, ਇੱਕ ਰੱਥ ਇੱਕ ਰਥਵਾਨ। ਇਹ ਜਿਹੜਾ ਸਰੀਰ ਹੈਗਾ ਆ, ਇਹ ਇੱਕ ਮਸ਼ੀਨ ਹੈ, ਤੇ ਇਹਨੂੰ ਆਪਰੇਟ ਕਰਨ ਵਾਲਾ, ਇਹਨੂੰ ਡਰਾਈਵ ਕਰਨ ਵਾਲਾ ਸਾਡਾ ਮਨ ਹੈ। ਅਸੀਂ ਕੁਝ ਵੀ ਕਰ ਲਈਏ, ਸਾਡਾ ਮਨ ਹੀ ਸਾਨੂੰ ਡਾਇਵਰਟ ਕਰਦਾ ਹੈਗਾ। ਜੇ ਅਸੀਂ ਮਨ ਨੂੰ ਸਟੇਬਲ ਕਰਨ ਦਾ ਆਰਟ ਸਿੱਖ ਲਈਏ, ਹੁਣ ਮਨ ਵਿੱਚ ਜੇ ਫਰਜ਼ ਕੀਤਾ, ਤੁਸੀਂ ਕੋਈ ਸੋਚਿਆ ਵੀ ਮੈਂ ਆਹ ਚੀਜ਼ ਲੈਣੀ ਆ, ਤੁਸੀਂ ਜਿੰਨੀਆਂ ਤੁਹਾਡੀਆਂ ਡਿਮਾਂਡਸ ਹੈ ਉਹਦੇ ਵਿੱਚ ਐਂਟਰ ਕਰੀ ਜਾਵੋ ਆਪਣੀ ਅਰਦਾਸ 'ਚ। ਗੁਰੂ ਮਹਾਰਾਜ ਇੱਕ ਗੁਲਦਸਤਾ ਬਣਾ ਕੇ ਤੁਹਾਨੂੰ ਚੀਜ਼ ਪੇਸ਼ ਕਰ ਦਿੰਦੇ ਆ, ਤੁਹਾਨੂੰ ਦਿੰਦੇ ਆ। ਉਹ ਤੋਂ ਬਾਅਦ ਤੁਸੀਂ ਕੁਝ ਹੋਰ ਸੋਚੋ। ਇਹਦਾ ਮਤਲਬ ਤੁਹਾਡਾ ਉਹ ਮਨ ਜਿਹੜਾ ਨਾ, ਉਹ ਹੁਣ ਫੇਰ ਹੋ ਗਿਆ, ਫੇਰ ਹੁਣ ਵਿਚਲ ਗਿਆ। ਉਹ ਮਨ ਜਿਹੜਾ ਹੈ, ਮਨ ਨੂੰ ਕਿੱਦਾਂ ਹੈਗਾ ਅਸੀਂ ਕੰਟਰੋਲ ਕਰਨਾ, ਉਹਦੇ ਲਈ ਗਿਆਨ ਦੀ ਲੋੜ ਹੈਗੀ ਆ। ਗਿਆਨ ਕਿਹੜਾ ਹੈ? ਗਿਆਨ ਦੇ ਵਿੱਚ ਅਸੀਂ ਜੋ ਚੀਜ਼ ਜਿਹੜੀ ਆ ਉਹ ਮੰਗ ਰਹੇ ਆ, ਲੈ ਰਹੇ ਆ, ਕਿਆ ਉਹਦੇ ਅਸੀਂ ਕੈਪੇਬਲ ਹੈਗੇ ਆ? ਅਸੀਂ ਹੁਣ ਮਸ਼ੀਨ ਦੇ ਉੱਤੇ ਤੁਸੀਂ ਕੋਈ ਚੀਜ਼ ਬਣਾਉਣੀ, ਉਹ ਮਸ਼ੀਨ ਉਹ ਕੈਪੇਬਲ ਹੈਗੀ ਉਸ ਚੀਜ਼ ਕਰਨ ਦੇ? ਇੱਕ ਪੁਰਾਣੀ ਕਾਰ ਜਿਹੜੀ ਆ, ਤੁਸੀਂ ਉਹਦੇ ਤੇ ਕਿੰਨਾ ਟਰਸਟ ਕਰ ਸਕਦੇ? ਤੁਹਾਨੂੰ ਸ਼ਿਕਾਗੋ ਲੈ ਜਾਊਗੀ। ਤੁਸੀਂ ਉਹਦੇ ਲਈ ਸ਼ਿਕਾਗੋ ਜਾਣਾ ਹੈ, ਤੇ ਤੁਹਾਨੂੰ ਕਾਰ ਜਿਹੜੀ ਆ ਉਹ ਸੂਟੇਬਲ ਚਾਹੀਦੀ ਹੈਗੀ, ਜੇ ਤੁਸੀਂ ਲੈ ਕੇ ਆ ਸਕੋ। ਤੇ ਤੁਹਾਨੂੰ ਮਨ ਨੂੰ, ਤੁਹਾਡੇ ਨੂੰ ਇੱਕ ਡਰ ਜਿਹਾ ਲੱਗਾ ਰਹਿਣਾ ਕਿ ਕਿਤੇ ਖਰਾਬ ਨਾ ਹੋ ਜਾ ਰਸਤੇ 'ਚ, ਮੈਂ ਠੀਕ ਕਿੱਥੋਂ ਕਰਾਉਣੀ ਹੈ। ਇਹ ਤੁਹਾਨੂੰ ਜਿਹੜਾ ਮਨ ਹੈ ਨਾ, ਸਾਨੂੰ ਇਹਨੂੰ ਸਿੱਧਾ ਕਹਿ ਲਓ ਕੰਟਰੋਲ ਕਰਨ ਦੇ ਲਈ ਪ੍ਰਮਾਤਮਾ ਦੇ ਨਾਮ ਦੀ, ਉਹਦੇ ਨਾਲ ਜੋੜ ਕੇ ਰੱਖਣਾ। ਜਿੱਦਾਂ ਅਸੀਂ ਸੜਕ ਤੇ ਜਾ ਰਹੇ ਹਾਂ, ਆਲੇ ਦੁਆਲੇ ਯੈਲੋ ਲੇਨ ਆ, ਵਾਈਟ ਲੇਨ ਹੈਗੀ ਆ, ਅਸੀਂ ਜੇ ਉਹਨੂੰ ਧਿਆਨ ਵਿੱਚ ਰੱਖ ਕੇ ਚੱਲਦੇ ਹਾਂ, ਜੇ ਅਸੀਂ ਚੱਲ ਕੋਈ ਨਹੀਂ ਦੇਖੀ ਜੋ ਲੰਘ ਜਾਂਦੇ ਕੱਢ ਲੈਂਦੇ ਹਾਂ, ਉਹਦੇ ਨਾਲ ਕੀ ਹੁੰਦਾ, ਸਾਨੂੰ ਪ੍ਰੋਬਲਮ ਆ ਜਾਂਦੀ ਹੈਗੀ ਆ, ਕੋਈ ਐਕਸੀਡੈਂਟ ਹੋਣ ਦਾ। ਉਹੀ ਵੀਰ ਜੀ ਨੇ ਜਿਹੜਾ ਕਿਹਾ ਨਾ ਤੁਸੀਂ, ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਡਿਫਰੈਂਟ ਐਂਗਲ ਦੇ ਨਾਲ, ਕਿ ਜਿਹੜਾ ਸਵਾਲ ਮੈਂ ਕੀਤਾ ਸੀ, ਉਹਨਾਂ ਨੇ ਉਸ ਚੀਜ਼ ਨੂੰ ਵੀ ਮੈਂ ਇੱਕ ਸ਼ਿਕਸ਼ਕ ਹਾਂ ਹਨਾ, ਮੈਂ ਉਹ ਲਰਨ ਕਰਨਾ ਚਾਹੁੰਦੀ ਸੀ। ਉਹਨਾਂ ਨੇ ਉਸ ਚੀਜ਼ ਨੂੰ ਡਿਫਰੈਂਟ ਐਂਗਲ ਤੋਂ ਲਿਆ ਕੇ ਮੇਰੇ ਦਿਮਾਗ 'ਚ ਗੱਲ ਪਾਈ। ਉਹ ਗੱਲ 'ਚ ਪਾ ਕੇ ਤੇ ਮੈਨੂੰ ਹੁਣ ਪਤਾ ਲੱਗ ਗਿਆ ਕਿ ਵਾਂਟਡ ਐਂਡ ਨੀਡ ਜਿਹੜੀ ਆ ਉਹ ਕੀ ਚੀਜ਼ਾਂ ਹੈਗੀਆਂ ਆ। ਮੇਰਾ ਲੈਸਨ ਇਹ ਚੀਜ਼ ਤੇ ਪੂਰਾ ਹੋ ਜਾਂਦਾ ਆ ਕੇ। ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਹੈਗੀ ਆ ਵੀ ਮਨ ਦੇ ਦੁਆਲੇ, ਮਨ ਕਿੱਦਾਂ ਸਾਰਾ ਕੁਛ, ਤੇ ਇਹਦੇ ਨਾਲ ਜਿਹੜੀ ਲੋਭ ਹੈ ਉਹ ਵਾਕਿਆ ਹੀ ਮਨ ਦੇ ਵਿੱਚੋਂ ਉਪਨਤਾ ਹੁੰਦੀ, ਵੀ ਜਦੋਂ ਗੁਰੂ ਹੁੰਦਾ ਮਨ ਦੇ ਵਿੱਚੋਂ ਜਿਹੜਾ ਲੋਭ ਬੰਦੇ ਦਾ, ਕਿਉਂਕਿ ਮਨ ਜਿਹੜਾ ਕਹਿੰਦਾ ਮੈਂ ਹੋਰ ਲਵਾਂ, ਹੋਰ ਰੋਟੀ ਖਾਵਾਂ। ਮੈਂ ਤਾਂ ਇਸੇ ਗੱਲ ਤੇ ਗੱਲ ਕਰ ਰਿਹਾ ਸੀ ਨਾ, ਆਪਾਂ ਜਿਹੜਾ ਟੌਪਿਕ ਇਹ ਰੱਖਿਆ ਸੀਗਾ, ਸਾਨੂੰ ਕਿੱਦਾਂ ਪਤਾ ਲੱਗੇ ਸਾਡਾ ਜਿਹੜਾ ਗਰੀਡ ਹੈ, ਸਾਡਾ ਵੀ ਭਰ ਗਿਆ ਤੇ ਕਿੱਦਾਂ
ਲਿਮਟਿਡ ਹੈ ਕਿ ਹੋਰ ਇਹ ਸਹੀ ਹੈ। ਤੁਸੀਂ ਬਹੁਤ ਵਧੀਆ ਇੱਕ ਨਵਾਂ ਪਰਸਪੈਕਟਿਵ ਐਡ ਕੀਤਾ ਹੈ, ਕਿਉਂਕਿ ਮੈਂ ਜੋ ਅੱਜ ਤੱਕ ਸਮਝਿਆ ਸੀ, ਮੈਨੂੰ ਅੱਜ ਨਵੀਂ ਚੀਜ਼ ਸਿੱਖਣ ਨੂੰ ਮਿਲੀ ਹੈ ਸਤਨਾਮ ਸਿੰਘ ਜੀ ਕੋਲੋਂ। ਐਕਚੁਅਲੀ ਉਹ ਨਵਾਂ ਪਰਸਪੈਕਟਿਵ ਹੈ, ਔਰ ਮੰਨਦਾ ਵਾਂ ਗੁਰਬਾਣੀ ਨੀਤ, ਸਤਿਗੁਰੂ ਮੇਰਾ ਨੀਤ ਨਵਾਂ। ਇਸੇ ਕਰਕੇ ਵਿਚਾਰ ਕਰਨੀ ਜ਼ਰੂਰੀ ਹੈ, ਕਿਉਂਕਿ ਆਪਾਂ ਨਵੀਆਂ ਗੱਲਾਂ ਗੁਰੂ ਸਾਹਿਬ ਬਾਰੇ, ਦੇਖੋ ਗੁਰੂ ਸਾਹਿਬ ਜਿੱਦਾਂ, ਦੇਖੋ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਖੜੇ ਨੇ ਨਾ, ਜੇ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਖੜੇ ਨੇ, ਗੁਰੂ ਗੋਬਿੰਦ ਸਿੰਘ ਸਾਹਮਣੇ ਖੜੇ ਨੇ, ਇੱਕ ਸਿੱਖ ਉਹਨਾਂ ਨੂੰ ਦੂਜੀ ਤਰੀਕੇ ਨਾਲ ਨਿਹਾਰ ਰਿਹਾ ਹੈ, ਦੂਜਾ ਸਿੱਖ। ਮੈਂ ਜਾਣਨਾ ਚਾਹਾਂਗਾ ਮੇਰੇ ਹਰ ਗੁਰਸਿੱਖ ਵੀਰ ਕਿੱਦਾਂ ਗੁਰੂ ਸਾਹਿਬ ਨੂੰ ਨਿਹਾਰ ਰਿਹਾ, ਮੈਨੂੰ ਬਹੁਤ ਪਿਆਰ ਹੈ। ਗੁਰਬਾਣੀ ਜਿਹੜਾ ਰਜੋਗੁਣ, ਤਮੋਗੁਣ, ਸਤੋਗੁਣ ਹੈ, ਉਹਦਾ ਜਿਹੜਾ ਮਤਲਬ ਅਰਥ ਮੈਨੂੰ ਅੱਜ ਤੱਕ ਸਮਝ ਆਇਆ, ਜੋ ਸਮਝਾਇਆ ਗਿਆ ਵੱਖਰੇ ਵਿਦਵਾਨਾਂ ਕੋਲੋਂ, ਔਰ ਭਾਈ ਸਾਹਿਬ ਪ੍ਰੋਫੈਸਰ ਸਿੰਘ, ਸਾਰੇ ਸਭ ਜਗ੍ਹਾ ਸਭ ਨੇ ਇੱਕੋ ਲਿਖਿਆ ਹੈ, ਰਜਸ ਗੁਣ, ਤਮਸ ਗੁਣ। ਤਮਸ ਕਹਿੰਦੇ ਡਾਰਕਨੈਸ ਨੂੰ, ਹਨਾ। ਪਰ ਵੀਰ ਜੀ ਨੇ ਬਹੁਤ ਸੋਹਣਾ ਸਮਝਾਇਆ, ਰਜ ਗੁਣ ਜਾਣੇ ਰੱਜ ਗਿਆ, which again makes sense, ਕਿਉਂਕਿ ਰਜੋਗੁਣ ਕਿਉਂ ਫਾਈਟ ਕਰਦਾ ਹੈ, ਕੰਪੀਟ ਕਿਉਂ ਕਰਦਾ ਹੈ, ਕਿਉਂਕਿ ਉਹ ਰੱਜਿਆ ਨਹੀਂ ਅਜੇ ਤੱਕ, ਉਹ ਰੱਜਣ ਦੇ ਵਿੱਚ ਭੱਜਦਾ ਰਹਿੰਦਾ ਹੈ। ਤੇ ਤਮਸ ਗੁਣ ਜਿਹੜਾ ਹੈ ਉਹ ਤਮੰਨਾ ਦੇ ਵਿੱਚ ਕਿਉਂ ਭੱਜਦਾ ਹੈ, ਕਿਉਂਕਿ ਉਹਨੂੰ ਪਤਾ ਕਿ ਮੇਰੇ ਕੋਲ ਇੰਨਾ ਕੁਝ ਹੈਗਾ ਹੈ, ਮੈਂ ਹੁਣ ਇੰਜੋਏ ਕਰਾਂ ਨੂੰ, ਕਿਉਂਕਿ ਉਹ ਕਹਿੰਦਾ ਮੈਂ ਵੈਕੇਸ਼ਨ ਤੇ ਜਾਵਾਂ, ਮੈਂ ਇੰਜੋਏ ਕਰਾਂ। ਮੈਂ ਨਹੀਂ ਸਤਨਾਮ ਸਿੰਘ ਅਗਰ ਵੀਕਐਂਡ ਤੇ ਸੰਡੇ ਨੂੰ ਕੰਮ ਕਰਨਾ, ਉਹ ਕਹਿੰਦਾ ਹੁਣ ਮੈਂ ਇੰਜੋਏ ਕਰਾਂ। ਉਹਦੇ ਡਿਜ਼ਾਇਰਸ ਬੜੇ ਨੇ ਕਿ ਮੈਂ ਫਲਾਈਟ ਲੈਣੀ, ਮੈਂ ਪੈਰਾਸ਼ੂਟ ਤੋਂ ਜੰਪ ਮਾਰਨੀ ਹੈ, ਮੈਂ ਆਹ ਕਰਨਾ, ਮੈਂ ਗਲੇਸ਼ੀਅਰ ਤੇ ਜਾਣਾ। ਉਹ ਤਮਸ ਗੁਣ ਹੈ, ਮੇਰਾ ਮਤਲਬ ਐਲਸ ਦਾ ਮਤਲਬ ਉਹ ਲੇਜ਼ੀ ਬੰਦੇ ਨੇ, ਉਹਨਾਂ ਨੇ ਕੰਮ ਨਹੀਂ ਕਰਨਾ, ਉਹਨਾਂ ਤੁਹਾਡੇ ਪੈਸੇ ਖਰਚੇ ਕਰਨੇ ਨੇ। ਤੇ ਜਿਹੜੇ ਤੀਜੇ ਬੰਦੇ ਜਿਹੜੇ ਹੈਗੇ ਨੇ, ਉਹ ਤੁਹਾਡੀ ਗੱਲ ਸੇਮ ਆ ਗਈ, ਗੱਲ ਉਹੀ ਹੈ। ਤਮਸ ਗੁਣ ਮਤਲਬ ਉਹ ਲੋਕ ਬੰਦੇ ਨੇ, ਤਮੰਨਾ ਪੂਰੀ, ਹਾਂ ਤਮੰਨਾ ਪੂਰੀ ਕਰਨੇ ਨੇ। ਮੈਂ ਤਾਂ ਇੱਕ ਹੋਰ ਜਾ ਕੇ ਮਸ਼ੀਨ ਤੇ ਇੱਕ ਅੱਧਾ ਘੰਟਾ ਹੋਰ ਕੰਮ ਕਰਕੇ ਆਇਆ, ਬਿੰਦਰ ਤੁਸੀਂ ਕਰਦੇ ਹੀ ਹੋ ਰੋਜ਼, ਤੁਸੀਂ ਕਹਿੰਦਾ ਮੈਂ ਕੰਮ ਕਰਨਾ, ਉਹਨੇ ਕਹਿੰਦਾ ਨਹੀਂ ਮੈਂ ਡਿਜ਼ਾਇਰ ਪੂਰੇ ਕਰਨੇ ਨੇ। ਤੇ ਦੂਜੀ ਭੈਣ ਜੀ ਕਹਿੰਦੇ ਮੈਂ ਕੈਮਰਾ ਲੈਣਾ, ਵਧੀਆ ਕੈਮਰਾ ਲੈਣਾ, ਰਾਈਟ, ਡਿਜ਼ਾਇਰਸ ਪੂਰੇ ਕਰਨੇ ਨੇ, ਖਰਚਾ ਕਰਨਾ, ਤੁਸੀਂ ਕਮਾਓ, ਖਰਚਾ ਕਰਨਗੇ। ਉਹਦੇ ਬਾਅਦ ਫਿਰ ਜਿਹੜਾ ਸੱਤੋ ਗੁਣ ਹੈ, ਉਹਨੇ ਕਹਿਣਾ ਜੀ ਨਾਲ ਹੀ ਆਰਾਮ ਨਾਲ ਬੈਠੋ, ਸ਼ਾਂਤੀ ਨਾਲ ਬੈਠੋ, ਇੰਨਾ ਖਰਚਾ ਕਰਨ ਦੀ ਲੋੜ ਨਹੀਂ, ਆਰਾਮ ਨਾਲ ਤੁਸੀਂ ਜਰਾ ਸ਼ਾਂਤੀ ਨਾਲ ਬੈਠੋ, ਕੋਈ ਗਲਤ ਕੰਮ ਨਾ ਕਰੋ। ਉਹਨੇ ਇਹ ਨਹੀਂ ਕਹਿਣਾ ਤੁਸੀਂ ਡਿਜ਼ਾਇਰ ਨਾ ਪੂਰੇ ਕਰੋ, ਗਲਤ ਕੰਮ ਨਾ ਕਰੋ, ਕਿਸੇ ਕੋਲ ਚੋਰੀ ਨਾ ਕਰੋ। ਮਤਲਬ ਠੀਕ ਹੈ, ਗੱਲ ਘੁੰਮ ਫਿਰ ਕੇ ਮੈਂ ਕਿਹਾ ਗੁਰਬਾਣੀ, ਸਤਿਗੁਰ ਮੇਰਾ ਨੀਤ ਨਵਾਂ, ਗੱਲ ਸੱਚੀ ਬੈਠਦੀ। ਗੁਰਬਾਣੀ ਬਹੁਤ ਡੂੰਘੀ ਹੈ, ਅਸੀਂ ਉਹਦਾ ਵਿਚਾਰ ਕਦੀ ਕੰਪਲੀਟ ਨਹੀਂ ਕਰ ਸਕਦੇ, ਪਰ ਬਹੁਤ ਚੰਗਾ ਲੱਗਾ, ਕਿਉਂਕਿ ਰਜੋਗੁਣ, ਤਮੋਗੁਣ, ਸਤੋਗੁਣ ਦਾ ਡਿਫਰੈਂਟ ਪਰਸਪੈਕਟਿਵ। ਥੈਂਕ ਯੂ ਵੀਰ ਜੀ। ਅੰਤਰ ਸਿੰਘ ਵੀਰ ਜੀ, ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ? ਅੰਤਰ ਸਿੰਘ ਵੀਰ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਤੁਸੀਂ ਆਪਣੇ ਵੈਨਕੂਵਰ ਤੋਂ ਪਾਰਟਿਸਿਪੇਟ ਕਰ ਰਹੇ ਹੋ ਸਾਡੇ ਨਾਲ, ਬੜਾ ਅੱਛਾ ਲੱਗਾ। ਤੁਸੀਂ ਸਾਂਝੇ ਕਰੋ ਗ੍ਰੀਡ ਦੇ ਉੱਪਰ, ਨਹੀਂ ਗ੍ਰੀਡ ਦੇ ਉੱਪਰ ਤੁਸੀਂ ਵਿਚਾਰ ਸਾਂਝੇ ਕਰੋ ਆਪਣੇ। ਹਾਂਜੀ, ਥੈਂਕ ਯੂ। ਪਹਿਲਾਂ ਤਾਂ ਤੁਹਾਡਾ ਸਾਰਾ ਪ੍ਰੋਗਰਾਮ ਅਰੇਂਜ ਕਰਨ ਲਈ ਜਤਿਨਪਾਲ ਵੀਰ ਜੀ ਦਾ ਇਨੀਸ਼ੀਏਟਿਵ ਸੀਗਾ, ਸੋ ਇਟਸ ਰੀਅਲੀ ਗੁੱਡ ਵੀ ਆਪਾਂ ਸਾਰੇ ਵਿਚਾਰ ਕਰੀਏ ਵੀ ਆਪਾਂ ਜਿਹੜੇ ਔਗੁਣ ਆਪਣੇ ਲਾਈਫ ਹੈਗੇ ਕਿੱਦਾਂ ਉਹਨੂੰ ਪਛਾਣ ਸਕਦੇ ਹਾਂ। ਸੋ ਤੁਸੀਂ ਟੌਪਿਕ ਰੱਖਿਆ ਹੈਗਾ ਲੋਭ ਦਾ, ਤੇ ਇਹ ਵੀ ਸਾਡਾ ਇੱਕ ਔਗੁਣ ਹੈ ਸਾਡੇ ਵਿੱਚ ਅੰਦਰ, ਜਿਹੜਾ ਵਾਹਿਗੁਰੂ ਜੀ ਨੇ ਬਿਲਟ ਇਨ ਫੀਚਰ ਪਾਇਆ ਹੋਇਆ। ਤੇ ਜਿਹੜੇ 5 ਵਿਕਾਰ ਉਹਨਾਂ ਚੋਂ ਇੱਕ ਜਿਹੜਾ ਲੋਭ ਹੈ, ਬੰਦਾ ਬਹੁਤ ਪ੍ਰਭਾਵ ਹੈ ਜਿਹਦਾ ਸਾਡੀ ਲਾਈਫ ਦੇ ਉੱਤੇ। ਸੋ ਅਸੀਂ ਉਹਨੂੰ ਪਹਿਲਾਂ ਤੇ ਸਾਰਿਆਂ ਨੇ ਵਿਚਾਰ ਕੀਤੀ ਵੀ ਲੋਭ ਹੈਗਾ ਸਾਡੇ 'ਚ, ਹਨਾ। ਫਿਰ ਉਹਨੂੰ ਅਸੀਂ ਡਾਇਗਨੋਸ ਕਿੱਦਾਂ ਕਰਨਾ ਹੈ, ਮਤਲਬ ਉਹਨੂੰ ਦੇਖਣਾ ਵੀ ਸਾਡੇ 'ਚ ਹੈ ਕਿ ਨਹੀਂ ਹੈ, ਕਿੰਨਾ ਆ, ਘੱਟ ਆ, ਵੱਧ ਆ, ਤੇ ਲੋਭ ਦੀ ਡੈਫੀਨੇਸ਼ਨ ਕੀ ਉਹ ਤੁਸੀਂ ਐਕਸਪਲੇਨ ਕਰਤੀ ਆ, ਵਿਚ ਇਜ਼ ਰੀਅਲੀ ਗੁੱਡ ਵੀਰ ਜੀ, ਥੈਂਕ ਯੂ ਵੀਰ ਜੀ। ਤੇ ਉਸ ਤੋਂ ਬਾਅਦ ਹੁਣ ਮਤਲਬ ਸਾਰੀ ਗੱਲਾਂ ਆ ਜਾਂਦੀਆਂ ਵੀ ਸਾਨੂੰ ਜਿਹੜਾ ਲੋਭ ਹੈ ਜਾਣਾ ਕਿੱਦਾਂ ਹੈ, ਆਪਾਂ ਉਹ ਵਿਚਾਰ ਕਰ ਰਹੇ ਵੀ ਨਾਮ ਮਿਲੇਗਾ ਤਾਂ ਹੀ ਜਾਣਾ, ਹਨਾ। ਸੋ ਆਪਾਂ ਉਹਨੂੰ ਇੱਕ ਡਾਇਗਨੋਸ ਕਰ ਲਿਆ, ਆਪਾਂ ਉਹਨੂੰ ਪਛਾਣ ਲਿਆ ਆਪਣੇ ਰੋਗ ਨੂੰ, ਫਿਰ ਉਹਨੂੰ ਦੇਖਿਆ ਵੀ ਉਹਨੂੰ ਆਪਾਂ ਹੁਣ ਘੱਟ ਕਿੱਦਾਂ ਕਰਨਾ ਹੈ, ਉਹਨੂੰ ਖਤਮ ਕਿੱਦਾਂ ਕਰਨਾ ਹੈ। ਸੋ ਆਪਾਂ ਉਹਦਾ ਐਨਾਲਾਈਜ਼ ਇਹੀ ਕਰ ਲਿਆ ਵੀ ਨਾਮ ਸਾਨੂੰ ਜਦੋਂ ਮਿਲੂਗਾ, ਬਟ ਐਟ ਦ ਐਂਡ ਆਪਾਂ ਏਦਾਂ ਹੀ ਕਰ ਸਕਦੇ ਹਾਂ ਵੀ ਸਾਰੇ ਕੋਸ਼ਿਸ਼ ਆਪਾਂ ਕਰ ਲੈਂਦੇ ਹਾਂ, ਸਾਰਾ ਕੁਝ ਸਮਝ ਲੈਂਦੇ ਹਾਂ, ਕਰ ਲੈਂਦੇ ਹਾਂ, ਬਟ ਐਟ ਦ ਐਂਡ ਉਹੀ ਹੈ ਵੀ ਹਮ ਤੇ ਕੁਛ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ, ਹਨਾ। ਸਾਡੇ ਤੋਂ ਮਤਲਬ ਕੁਛ ਨਹੀਂ ਹੋਣਾ, ਅਸੀਂ ਮਤਲਬ ਸਾਰਾ ਕੁਝ ਕਰ ਸਕਦੇ ਹਾਂ, ਉਹਨੂੰ ਸੋਚ ਸਕਦੇ ਹਾਂ, ਐਫਰਟ ਕਰ ਸਕਦੇ ਹਾਂ, but at the end ਸਾਨੂੰ ਮਤਲਬ ਗੁਰੂ ਦੇ ਛੱਡਣਾ ਪੈਣਾ। ਗੁਰੂ ਸਾਹਿਬ ਤੁਸੀਂ ਕਿਰਪਾ ਕਰੋ, ਤੁਸੀਂ ਜਿਹੜੇ ਸਾਨੂੰ ਰੋਗ ਦਿੱਤੇ ਹੋਏ ਆ, ਜਿਹੜੇ ਵਿਕਾਰ ਦਿੱਤੇ ਹੋਏ, ਇਹਨਾਂ ਨੂੰ ਨਾਮ ਦੀ ਬਖਸ਼ਿਸ਼ ਕਰੋ ਤੇ ਇਹਨਾਂ ਦੀ ਖਲਾਸੀ ਹੋਵੇ ਸਾਡੀ। ਸੋ ਇਹਨੇ ਵਿਚਾਰ ਸੀ ਜੀ, ਥੈਂਕ ਯੂ ਜੀ। ਮੇਰਾ ਕੁਐਸਚਨ ਨਾ ਕਰੇ ਵਾਸਤੇ ਹੁਣ ਤੁਹਾਡੇ ਤੁਹਾਨੂੰ ਤਾਂ ਹੋਰ ਬੋਲਣਾ ਪੈਣਾ ਹੈ, ਜਲਦੀ ਨਹੀਂ ਕਰਨਾ। ਸੋ ਸਵਾਲ ਬਾਕੀ ਸਾਰਾ ਕੋਲ ਆਏਗਾ। ਮੇਰਾ ਸਵਾਲ ਜੋ ਅੱਜ ਤਾਂ ਮੈਂ ਤਾਂ ਹੱਸ ਰਿਹਾ ਸੀ ਸਟਾਰਟਿੰਗ ਵਿੱਚ, ਮੈਂ ਕੁਐਸਚਨ ਪੈਂਦੀ ਨੇ ਕੁਐਸਚਨ ਸੁੱਟਤਾ ਮੇਰੇ ਤੇ ਬਿੰਦਰ ਭਾਜੀ ਨੇ, ਔਰ ਮੈਂ ਬਹੁਤ ਲੱਗ ਗਿਆ, ਆਮ ਸੌਰੀ ਅਗੇਨ, ਬਟ ਜਿਹੜਾ ਮੇਨ ਮੇਰਾ ਕੁਐਸਚਨ ਇਹ ਹੈ ਕਿ ਹੁਣ ਲਾਲਚ ਨਹੀਂ ਕਰਨਾ ਚਾਹੀਦਾ, ਨੀਡ ਐਂਡ ਵਾਂਟ ਵੀ ਡਿਫਰੈਂਟ ਹੋਣਾ ਚਾਹੀਦਾ ਹੈ। ਜਿੱਦਾਂ ਆਪਾਂ ਬੋਲਦੇ ਹਾਂ ਗੁਰਬਾਣੀ ਜ਼ਿਆਦਾ ਤੋਂ ਜ਼ਿਆਦਾ ਪੜ੍ਹਨੀ ਚਾਹੀਦੀ ਹੈ, ਉਹਦਾ ਲਾਲਚ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਤੇ ਉਹ ਉੱਥੇ ਤੁਸੀਂ ਕਿੱਦਾਂ ਥਿਊਰੀ ਅਪਲਾਈ ਕਰਦੇ ਹੋ? ਉਹਦੇ ਵਿੱਚ ਫਿਰ ਪ੍ਰੇਮ ਦੀ ਗੱਲ ਆ ਜਾਂਦੀ, ਜਦੋਂ ਤੁਸੀਂ ਮਤਲਬ ਕਿਸੇ ਚੀਜ਼ ਨੂੰ ਪ੍ਰੇਮ ਕਰਦੇ ਹੋ ਨਾ, ਤੇ ਉਹ ਜਿੱਦਾਂ ਤੁਸੀਂ ਦੱਸਿਆ ਤੇ ਤੁਹਾਡਾ ਸਵਾਰਥ ਨਹੀਂ ਹੁੰਦਾ ਤੇ ਪ੍ਰੇਮ ਕਰਦੇ ਹੋ ਤੁਸੀਂ, ਤੁਹਾਨੂੰ ਉਹਦੇ 'ਚ ਬਖਸ਼ਿਸ਼ ਦਿਖਦੀ ਹੈ ਵਾਹਿਗੁਰੂ ਜੀ ਦੀ, ਤੁਹਾਨੂੰ ਉਹਦੇ ਜਿਹੜਾ ਪ੍ਰੇਮ ਦਿਖਦਾ ਵੀ ਤੁਹਾਡੇ ਜਿਹੜੇ ਔਗਣ ਉਹਦੇ 'ਚ ਘੱਟ ਰਹੇ, ਜੋ ਤੁਸੀਂ ਬਾਣੀ ਪੜ੍ਹਦੇ ਹੋ ਤੇ ਤੁਹਾਨੂੰ ਲੱਗਦਾ ਵੀ ਤੁਹਾਡੇ ਔਗਣ ਵੈਸੇ ਹੀ ਹੌਲੀ ਹੌਲੀ ਥੋੜੇ ਮੱਧਮ ਪੈ ਰਹੇ ਆ ਥੋੜੇ ਜਿਹੇ, ਤੇ ਉਹ ਤੁਹਾਡਾ ਪਿਆਰ ਫਿਰ ਹੋਰ ਤੁਸੀਂ ਸਟਾਰਟ ਇੰਜੋਇੰਗ ਗੁਰਬਾਣੀ। ਸੋ ਜਿੰਨਾ ਤੁਹਾਡਾ ਪਿਆਰ ਪਏਗਾ,
ਜਾਂ ਤੇ ਉਹ ਤੇ ਉਹਨਾਂ ਉਹ ਤੇ ਉਹ ਤੇ ਉਹ ਤੇ ਐਗਰੀ ਹੈ, ਪਰ ਜਿਹੜਾ ਬੇਸਿਕ ਜਿਹੜਾ ਆਮ ਬੰਦੇ ਨੂੰ ਗੋਰੇ ਨੂੰ ਸਮਝਾਓਗੇ ਤੇ ਗੋਰਾ ਕਹਿੰਦਾ ਮੈਨੂੰ ਤੇ ਸਵਿਮਿੰਗ ਚੰਗੀ ਲੱਗਦੀ ਹੈ, ਤੇ ਜਾਂ ਮੈਨੂੰ ਇਹ ਚੀਜ਼ ਚੰਗੀ ਲੱਗਦੀ ਹੈ, ਮੈਂ ਉਹਦੇ ਵਾਸਤੇ ਡਿਜ਼ਾਇਰ ਹੈ, ਮੇਰਾ ਪ੍ਰੇਮ ਹੈ, ਮੈਂ ਉਹ ਜ਼ਿਆਦਾ ਕਰਾਂਗਾ। ਜਾਂ ਮੈਨੂੰ ਸ਼ਰਾਬ ਜ਼ਿਆਦਾ ਚੰਗੀ ਲੱਗਦੀ, ਮਤਲਬ ਉਹਦੇ ਨਾਲ ਪ੍ਰੇਮ ਹੈ, ਜ਼ਿਆਦਾ ਪੀਵਾਂਗਾ। ਮਤਲਬ ਕਹਿਣ ਦਾ ਮਤਲਬ ਕਿ ਤੁਸੀਂ ਕਿੱਦਾਂ, ਤੁਸੀਂ ਮਤਲਬ ਟੈਕਨੀਕਲੀ ਕਿੱਦਾਂ ਡਿਫਾਈਨ ਕਰੋਗੇ ਕਿ ਜੇ ਤੁਸੀਂ ਜ਼ਿਆਦਾ ਨੀਡ ਐਂਡ ਵਾਂਟਸ ਨੂੰ ਡਿਫਰੈਂਸ਼ੀਏਟ ਕਰਦੇ ਹੋ, ਤੇ ਜਿੱਦਾਂ ਕਿਸੇ ਨੇ ਮੈਨੂੰ ਬੋਲਿਆ ਸੀ ਐਕਸੈਸ ਆਫ ਐਨੀਥਿੰਗ ਇਜ਼ ਬੈਡ ਬਹੁਤ ਸਾਲ ਪਹਿਲੇ, ਤੇ ਮੈਨੂੰ ਬੋਲਿਆ ਸੀ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਐਕਸੈਪਟ ਨਾਮ, ਹੈਨਾ। ਮੇਰਾ ਨਾਲ ਉਹਨੇ ਡਾਇਲੌਗ ਬੋਲਿਆ ਸੀ ਵਾਪਸ, ਮੈਂ ਉਹਦੇ ਸਟੈਂਡ ਕਰਦਾ ਵਾਂ, ਪਰ ਮੈਂ ਖਾਲੀ ਉਹਨੂੰ ਵਿਚਾਰ ਹੋ ਰਹੀ ਹੈ ਤੇ ਮੇਰੇ ਮਨ ਚੋਂ ਫਿਰ ਤੋਂ ਕੁਐਸਚਨ ਆਇਆ ਕਿ ਵੀ ਐਕਸੈਸ ਆਫ ਐਨੀਥਿੰਗ ਇਜ਼ ਬੈਡ ਬੋਲਦੇ ਨੇ ਲੋਕ ਨਾ, ਕਿ ਬਈ ਕਈ ਲੋਕ ਕਹਿੰਦੇ ਤੂੰ ਜ਼ਿਆਦਾ ਹੀ ਗੁਰਬਾਣੀ ਪੜ੍ਹਨ ਲੱਗ ਗਿਆ ਹੈ, ਜ਼ਿਆਦਾ ਹੀ ਗੁਰੂ ਦੀ ਗੱਲ ਕਰਨ ਲੱਗ ਗਿਆ ਹੈ, ਜ਼ਿਆਦਾ ਹੀ ਤੂੰ ਇਸ ਪਾਸੇ ਚਲਾ ਗਿਆ, ਜ਼ਿਆਦਾ ਹੀ ਤੂੰ ਸਤਸੰਗਤ ਕਰਨ ਲੱਗ ਗਿਆ, ਤੂੰ ਘਰ ਵਾਲਿਆਂ ਨੂੰ ਟਾਈਮ ਹੀ ਨਹੀਂ ਦਿੰਦਾ। ਮਤਲਬ ਕਹਿਣ ਦਾ ਮਤਲਬ ਕਿ ਐਕਸੈਸ ਆਫ ਐਨੀਥਿੰਗ ਇਜ਼ ਬੈਡ ਬੋਲਦੇ ਨਾ, ਸਾਨੂੰ ਸੁਣਨ ਨੂੰ ਮਿਲਦਾ ਕਈ ਵਾਰੀ ਪਰਿਵਾਰ ਤੋਂ ਕਿ ਵੀ ਤੁਸੀਂ ਜ਼ਿਆਦਾ ਜਾਂਦੇ ਹੋ, ਆਪਣੇ ਲਈ ਟਾਈਮ ਨਹੀਂ ਕੱਢਦੇ, ਹੈ ਨਾ, ਉਹ ਚੀਜ਼ ਗੱਲ ਕਰ। ਵੀ ਉਹ ਜਿਹੜੀ ਮਤਲਬ ਜਿਹੜੀ ਬਾਣੀ ਪੜ੍ਹਨੀ ਵੀ ਉਹਦੀ ਜਿਹੜੀ ਉਹਦਾ ਜਿਹੜਾ ਤੁਸੀਂ ਕਹਿ ਰਹੇ ਵੀ ਲੋਭ ਜਿਹੜਾ ਆ ਉਹਦਾ ਇਜ਼ ਇਟ ਗੁੱਡ ਟੂ ਹੈਵ ਦੈਟ ਔਰ ਜਾਂ ਮੈਨੂੰ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਲਾਲਚ ਜਿਹੜਾ ਨਾ, ਕਿਉਂਕਿ ਆਪਣਾ ਦੇਖੋ ਠੀਕ ਹੈ, ਕਈ ਲੋਕ ਨਹੀਂ ਮੰਨਦੇ ਬਾਣੀ, ਪਰ ਅਸੀਂ ਮਤਲਬ ਪੜ੍ਹਦੇ ਰਹੇ ਹਾਂ, ਪਰ ਲਾਈਨ ਤੇ ਚੰਗੀ ਹੈ, ਇਹ ਲਾਲਚ ਹੋ ਗੁਣ ਤੋਂ ਉਚਰੋ, ਹੈ ਨਾ, ਆਉਂਦਾ ਨਾ ਦੇਸ਼ ਸ਼ਬਦ ਅੰਦਰ, ਇਹ ਲਾਲਚ ਇਹ ਲਾਲਚ ਤੇ ਮੈਂ ਹਮੇਸ਼ਾ ਰੱਖਾਂਗਾ ਆਪਣੇ ਕੋਲ ਕਿ ਮੈਂ ਤੇਰੇ ਗੁਣ ਉਚਰਾਂ, ਤੇਰੇ ਗੁਣਾਂ ਦਾ ਗਾਵਾਂ, ਤੇਰੇ ਗੁਣ ਗਾਵਾਂ, ਹੈ ਨਾ, ਤੇਰੇ ਗੁਣ ਗਾਵਾਂ ਦੇ ਬੁਝਾਈ, ਹੈ ਨਾ। ਇਹ ਲਾਲਚ ਤੇ ਅਸੀਂ ਮੰਗਦੇ ਰਹਿੰਦੇ ਹਾਂ ਨਾ ਵਿੱਚ 24 ਘੰਟੇ ਵਾਹਿਗੁਰੂ ਕੋਲੋਂ ਕਿ ਮੈਨੂੰ ਹੋਰ ਦੇ ਆਪਣੇ ਗੁਣ ਹੋਰ ਦੇ। ਵੀਰ ਜੀ ਇਹ ਲਾਲਚ ਨਹੀਂ ਤੁਸੀਂ ਕਹਿ ਸਕਦੇ ਇਹਨੂੰ, ਤੁਸੀਂ ਵੀ ਇੱਕ ਪ੍ਰੇਮ ਦਿਖਾ ਕੇ ਤੁਸੀਂ ਉਹਦੇ ਵਿੱਚ ਕੁਝ ਲਰਨ ਕਰਕੇ ਸ਼ੇਅਰ ਕਰਨਾ ਚਾਹੁੰਦੇ ਹੋ। ਲਾਲਚ ਜਿਹੜਾ ਬੰਦਾ ਕਿਸੇ ਨਾਲ ਸ਼ੇਅਰ ਨਹੀਂ ਕਰਦਾ, ਮੈਂ ਪਤਾ ਕਿਉਂ ਕਹਿ ਰਿਹਾ ਵਾਂ, ਜਿੱਦਾਂ ਹੁਣ ਸਿਮੀ ਡਾਕਟਰ ਕੋਲ ਗਈ ਨਾ ਪਰਸੋਂ, ਤੇ ਡਾਕਟਰ ਕਹਿੰਦੀ ਹੈ ਕਿ ਤੇਰਾ ਕੋਲੇਸਟ੍ਰੋਲ ਹੈ, ਤੇਰਾ ਬੈਡ ਕੋਲੇਸਟ੍ਰੋਲ ਤੈਨੂੰ ਘਟਾਉਣਾ ਹੈ, ਪਰ ਗੁੱਡ ਕੋਲੇਸਟ੍ਰੋਲ ਵਧਾਉਣਾ ਹੈ। ਤੇ ਸਿਮੀ ਨੂੰ ਪੁੱਛਿਆ ਗੁੱਡ ਕੋਲੇਸਟ੍ਰੋਲ ਕੀ, ਮੈਨੂੰ ਤਾਂ ਪਤਾ ਸੀ, ਕਹਿੰਦਾ ਗੁੱਡ ਕੋਲੇਸਟ੍ਰੋਲ ਹਾਈ ਡੈਂਸਿਟੀ ਲਿਪਿਡਸ ਹੁੰਦੇ ਨੇ, ਬੈਡ ਕੋਲੇਸਟ੍ਰੋਲ ਲੋ ਡੈਂਸਿਟੀ ਲਿਪਿਡਸ ਹੁੰਦੇ ਨੇ। ਮੇਰੇ ਖਿਆਲ ਲੋਭ ਵੀ ਦੋ ਕਿਸਮ ਦਾ ਹੈ, ਗੁੱਡ ਲੋਭ ਐਂਡ ਬੈਡ ਲੋਭ। ਮੇਰਾ ਵਿਚਾਰ ਹੈ ਲੋਭ ਵੀ ਦੋ ਕਿਸਮ ਦਾ ਹੈ। ਲੋਭ ਉਹ ਜੇ ਚ ਜਾਂਦਾ ਨਾ, ਚੰਗਾ ਲੋਭ ਹੈ, ਇੱਕ ਚੰਗਾ ਲੋਭ, ਚੰਗੇ ਕੰਮ ਕਰਨ ਦਾ ਲੋਭ। ਜਿੱਦਾਂ ਹੁਣ ਨਾਲ ਸਾਈਡ ਵਾਲਾ ਹੈ ਤੇ ਕੋਈ ਸੇਵਾ ਕਰ ਰਿਹਾ ਹੈ, ਜਿੱਥੇ ਕੋਈ ਪ੍ਰੋਬਲਮ ਉੱਥੇ ਜਾ ਕੇ ਸੇਵਾ ਕਰ ਰਿਹਾ, ਉਹਨੂੰ ਸੇਵਾ ਕਰਨ ਦਾ ਲੋਭ ਹੈ ਨਾ। ਜਦੋਂ ਆਪਾਂ ਗੱਲ ਕੀਤੀ ਸੀ ਪਹਿਲਾਂ ਵੀ, ਮਤਲਬ ਹਰ ਚੀਜ਼ ਵਿੱਚ ਰਜੋਗੁਣ ਨਹੀਂ ਆ ਜਾਂਦਾ, ਹਰ ਚੀਜ਼ ਬੈਡ ਚੀਜ਼ ਨਹੀਂ ਹੁੰਦੀ, ਕਈ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਜ਼ਿਆਦਾ ਕਰਨਾ, ਕਈ ਚੀਜ਼ਾਂ 'ਚ ਅਗਰੈਸਿਵ ਹੋਣਾ ਚੰਗੀ ਗੱਲ ਹੈ। ਮੈਂ ਮਤਲਬ ਗੱਲ ਉੱਥੇ ਆ ਰਹੀ ਹੈ ਕਿ ਮੈਦਾਨੇ ਜੰਗ ਸਿੰਘ ਲੜ ਰਹੇ ਨੇ, ਕਹਿਣਗੇ ਮੈਂ ਤੇ ਰਜੋਗੁਣ ਛੱਡਤਾ, ਹੁਣ ਤੇ ਮੈਂ ਤੇ ਬਹਿ ਗਿਆ, ਮੈਂ ਤੇ ਕੋਈ ਗੁਣ ਨਹੀਂ ਫੜਨਾ ਹੈਗਾ, ਮੈਂ ਤੇ ਕਿਰਪਾਨ ਛੱਡਤੀ। ਮਤਲਬ ਕਹਿਣ ਦਾ ਮਤਲਬ ਕਿ ਇਹ ਜਿਹੜਾ ਇੱਕ ਬੈਲੈਂਸ ਹੈ, ਮਤਲਬ ਇੱਕ ਗੁੱਡ ਐਂਡ ਬੈਡ ਹਰ ਜਗ੍ਹਾ ਹੈ ਮੇਰੇ ਖਿਆਲ ਜੀ। ਤੁਸੀਂ ਵੀਰ ਜੀ ਆਪੇ ਪਹਿਲਾਂ ਕਹਿ ਚੁੱਕੇ ਨਾ, ਅਚੀਵਮੈਂਟ ਬੰਦੇ ਦੀ ਇੱਕ ਅਚੀਵਮੈਂਟ ਹੁੰਦੀ ਹੈ ਨਾ, ਤੇ ਬਾਣੀ ਪੜ੍ਹਨੀ ਮੈਂ ਨਹੀਂ ਕਹਿੰਦੀ ਕਿ ਲੋਭ ਆ, ਹਨਾ, ਲਵ ਲੋਭ ਹੰਕਾਰ ਕੀ ਮਾਤੀ ਕਿੱਦੋਂ ਆਉਂਦਾ ਹੈ ਨਾ, ਕਿ ਕੁਝ ਲੋਕ ਕਰਦੇ ਨੇ ਨਾ, ਕੁਝ ਲੋਕ ਕਹਿੰਦੇ ਮੈਂ ਨਾ ਪਾਠ ਲਵ ਲੋਭ ਹੰਕਾਰ ਤਜ ਤ੍ਰਿਸ਼ਨਾ, ਕਈ ਲੋਕ ਕਰਦੇ ਨੇ ਨਾ, ਜਿੱਦਾਂ ਤੁਸੀਂ ਕਹਿੰਦੇ ਹੋ ਨਾ, ਆਪ ਕਹਿੰਦੇ ਹੋ ਕਿ ਇਹ ਬੱਚੇ ਨੂੰ ਨਾ ਪਾਠ, ਚਲੋ ਇਹ ਤੇ ਚਲੋ ਇੱਕ ਲੋਭ ਹੈ, ਪਰ ਇੱਕ ਲੋਭ ਕਦੀ ਕਦੀ ਇਸ ਲੈਵਲ ਤੇ ਪਹੁੰਚ ਜਾਂਦਾ ਹੈ ਕਿ ਮੇਰੇ ਬੱਚੇ ਨੂੰ ਸੁਖਮਨੀ ਸਾਹਿਬ ਵੀ ਕੰਠ ਹੈ, ਇਹਨੂੰ ਜਪਜੀ ਸਾਹਿਬ ਵੀ ਕੰਠ ਹੈ, ਇਹਨੂੰ ਸਟੇਜ ਤੇ ਪਾਠ ਕਰਾਓ, ਉਹ ਵੀ ਲੋਭ ਹੋ ਜਾਂਦਾ ਫਿਰ ਹਾਂ, ਉਹ ਲੋਭ ਆ ਕਿ ਤੁਸੀਂ ਸ਼ੋਅ ਕਰਨਾ ਚਾਹੁੰਦੇ ਆ, ਸ਼ੋਅ ਕਰਨਾ ਚਾਹੁੰਦੇ ਆ, ਕਰਿਆ ਕਰੋ, ਮਤਲਬ ਮੈਨੂੰ ਰਾਗਾ 'ਚ ਕੀਰਤਨ ਆਉਂਦਾ, ਤੁਸੀਂ ਵੀ ਕਰਿਆ ਕਰੋ, ਰਾਗ 'ਚ ਕੀਰਤਨ ਹੋਣਾ ਚਾਹੀਦਾ। ਇਹ ਲੋਭ ਇਹ ਦੂਜੀ ਡਾਇਰੈਕਸ਼ਨ ਜਾਂਦਾ ਨਹੀਂ। ਪਰ ਮੈਨੂੰ ਅੱਜ ਅੱਛਾ ਲੱਗਾ ਕਿ ਤੁਹਾਡੇ ਸਾਰਾ ਜਾਣੇ ਦੀ ਸੁਣ ਕੇ ਜਿਹੜੀ ਚੀਜ਼ ਮੈਨੂੰ ਲਰਨ ਕਰਨ ਨੂੰ ਮਿਲੀ ਆ, ਜਿਹੜਾ ਮੈਨੂੰ ਨਹੀਂ ਸੀ ਪਤਾ, ਵਾਂਟਡ ਐਂਡ ਨੀਡਸ, ਆਈ ਲਰਨ ਦੈਟ ਸਮਥਿੰਗ, ਹੈ ਨਾ। ਤੇ ਮੈਂ ਇਹਨੂੰ ਹੁਣ, ਮੈਨੂੰ ਪਹਿਲਾਂ ਇਹ ਸੀ ਚੀਜ਼ ਹੈ, ਵਾਂਟ ਵੀ ਉਹੀ, ਨੀਡ ਵੀ ਉਹੀ ਹੈ, ਲੇਕਿਨ ਡਿਸਕਸ਼ਨ ਕਰਨ ਦੇ ਨਾਲ ਨਾ, ਥੈਂਕ ਯੂ ਜਤਨਪਾਲ ਵੀਰ ਜੀ, ਇਟਸ ਵੈਰੀ ਨਾਈਸ ਦ ਵੇ ਯੂ ਲਾਈਕ ਬ੍ਰੌਟ ਐਵਰੀਥਿੰਗ, ਹੈ ਨਾ। ਤੇ ਅਮਰਪ੍ਰੀਤ ਵੀਰ ਜੀ ਨੇ ਵੀ ਸੋਹਣਾ ਵੀ ਜਿੱਦਾਂ ਵੀ ਦੱਸੋ, ਤੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਮੈਨੂੰ ਇਹ ਮੇਰੀ ਲਈ ਵਾਂਟਡ ਆ ਜਾਂ ਨੀਡ ਆ, ਹਨਾ। ਉਹਨੂੰ ਮੈਂ ਇਸ ਉਮਰ 'ਚ ਆ ਕੇ ਲਰਨ ਕਰਨੀ ਚੀਜ਼ ਕਹਿੰਦੇ ਉਹਨੂੰ, ਤਾਂ ਹੀ ਸਹੀ ਕਿਹਾ ਗੁਰੂ ਮਹਾਰਾਜ ਨੇ, ਜਿਹੜਾ ਸਿੱਖ ਆ ਹਰ ਵੇਲੇ ਲਰਨ ਕਰਦਾ ਆ। ਐਂਡ ਆਮ ਗਲੈਡ ਕਿ ਤੁਸੀਂ ਅੱਜ ਮੇਰੇ ਦਿਮਾਗ 'ਚ ਇਹ ਗੱਲ ਪਾਤੀ, ਨੀਡ ਔਰ ਵਾਂਟਡ। ਇੱਕ ਗੱਲ ਕਹੀ ਨਾ, ਸੌਰੀ, ਵੀ ਲੋਭ ਚੰਗਾ ਵੀ ਹੈ ਤੇ ਮਾੜਾ ਵੀ ਹੈ। ਉਹ ਮੇਰੇ ਖਿਆਲ ਜਿੰਨੇ ਪੰਜ ਆਪਣੇ ਹੈਗੇ ਨਾ ਵਿਕਾਰ, ਸਭ ਦੇ ਵਿੱਚ ਜਦੋਂ ਆਪਾਂ ਕ੍ਰੋਧ ਦੀ ਗੱਲ ਕਰਦੇ ਹਾਂ ਵੀ ਬੀ ਰਸ ਚਾਹੀਦਾ ਆਪਾਂ ਨੂੰ, ਕਾਮ ਜ਼ਰੂਰੀ, ਕਿਉਂਕਿ ਅਸੀਂ ਸਾਡੀ ਜਿਹੜੀ ਫੀਲਿੰਗਸ ਹੈਗੀ, ਅਸੀਂ ਪਰਿਵਾਰ 'ਚ ਜਾਂ ਗ੍ਰਸਤੀ ਵਿੱਚ ਪਏ ਹੋਏ ਹਾਂ, ਹਨਾ। ਸੋ ਜਿਹੜੇ ਜਿੰਨੇ ਵੀ ਲੋਭ ਜਾਂ ਜਿੰਨੇ ਵੀ ਪੰਜ ਵਿਕਾਰ ਹੈ, ਸਭ ਦਾ ਮਤਲਬ ਇੱਕ ਚੰਗਾ ਪਾਸਾ ਵੀ ਹੈ ਤੇ ਮਾੜਾ ਪਾਸਾ ਵੀ ਹੈ। ਉਹ ਸਾਈਕਲ ਘੁੰਮਦਾ, ਰਾਈਟ? ਵੈਰੀ ਗੁੱਡ Yeah, we're getting to the right place now. Very good. ਗੁਰਬਾਣੀ ਕਹਿੰਦੀ ਇਹਨਾਂ ਨੂੰ ਵਸ ਕਰਨਾ ਹੈ। ਐਸੋ ਕੌਣ ਬਲੀ ਰੇ ਜਿਨ ਮਿਲਵਾਰੇ ਪੰਜ ਸੂਰਵੀਰ। ਗੁਰਬਾਣੀ ਕਹਿੰਦੀ ਕਿ ਇਹਨਾਂ ਨੂੰ ਮਾਰ ਕੋ ਨਹੀਂ ਸਕਦਾ, ਇਹਨਾਂ ਨੂੰ ਵਸ ਕੀਤਾ ਜਾ ਸਕਦਾ, ਰਾਈਟ? ਐਗਜ਼ੈਕਟਲੀ। ਸੋ ਜਿਹੜੇ ਚੰਗਾ ਪਾਸਾ ਉਹ ਆਪਾਂ ਅਡਾਪਟ ਕਰਨਾ, ਤੇ ਜਿਹੜਾ ਮਾੜਾ ਪਾਸਾ ਕੱਟ ਕਰਨਾ ਹੈ ਉਹਨੂੰ ਛੱਡ ਦੇਣਾ। ਮੇਰੇ ਕੋਲ ਲਾਸਟ ਚੀਜ਼ ਇਹ ਇੰਪੋਰਟੈਂਟ ਜੋ ਵੀਰ ਜੀ ਨੇ ਕਿਹਾ, ਕੰਟਰੋਲ ਕਰਨ ਵਾਲੀ ਗੱਲ ਹੈ। ਜੇ ਲੋਭ ਤੁਹਾਡੇ ਹੱਥ ਚੋਂ ਵਸ ਚੋਂ ਬਾਹਰ ਨਿਕਲ ਜਾਵੇ,
ਤੇ ਤੁਹਾਡੀ ਐਡਿਕਸ਼ਨ ਬਣ ਜਾਏ, ਤੁਹਾਡਾ ਪਰਿਵਾਰ ਪਰੇਸ਼ਾਨ ਹੋ ਜਾਵੇ ਕਿ ਤੁਸੀਂ ਫੋਨ ਨਹੀਂ ਛੱਡ ਰਹੇ, ਤੁਸੀਂ ਨੈਟਫਲਿਕਸ ਨਹੀਂ ਛੱਡ ਰਹੇ, ਤੁਸੀਂ ਕੰਮ ਨਹੀਂ ਛੱਡ ਰਹੇ। ਜਿਹੜੇ ਕੰਮ ਵੀ ਜ਼ਿਆਦਾ ਕਰਦੇ ਨੇ ਉਹ ਵੀ ਵਰਕaholic ਕਰਦੇ ਨੇ ਉਹਨਾਂ ਨੂੰ। ਤੁਸੀਂ ਆ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਮਿਲੂਗਾ ਜਿਹੜੀ ਤੁਸੀਂ ਮਹਾਰਾਜ ਦੀ ਤੁਕ ਪੜ੍ਹੀ ਸੀਗੀ ਨਾ ਬਾਣੀ ਦੀ, ਉਹਨੂੰ ਥੋੜਾ ਜਿਹਾ ਧਿਆਨ ਨਾਲ ਫੇਰ ਪੜ੍ਹੋ। ਜਿਹੜਾ ਤੁਸੀਂ ਇਹ ਲਾਲਚ ਹੋ ਗੁਣ ਤੋਂ ਉਚਰੋ, ਇਹਨੂੰ ਪੂਰਾ ਪੜ੍ਹੋ, ਸਾਰੀਆਂ ਗੱਲਾਂ ਉਹਦੇ 'ਚ ਆ, ਸ਼ੁਰੂ ਤੋਂ ਜਿੱਥੋਂ ਸ਼ੁਰੂ ਹੁੰਦਾ। ਅੱਛਾ, ਦੇਸ਼ ਸੇਵਾ ਬਰ ਮੋਹਿ ਹੈ, ਹਾਂਜੀ, ਦੇਸ਼ ਸੇਵਾ ਬਰ ਮੋਹਿ ਹੈ, ਸ਼ੁਭ ਕਰਮਨ ਤੇ ਕਬਹੁ ਨ ਟਰੋ। ਇੱਥੇ ਆ ਗਈ ਨਾ ਗੱਲ, ਉਹ ਜਿਹੜਾ ਚੰਗਾ ਕੰਮ ਹੈ, ਸ਼ੁਭ ਕਰਮਨ ਤੇ ਕਬਹੁ ਨ ਟਰੋ, ਨਿਸ਼ਚੇ, ਉਹਦੇ ਤੇ ਤਾਂ ਮੈਂ ਕਹਿੰਦੇ ਨਿਸ਼ਚੇ ਕਰ ਆਪਣੀ ਜੀਤ ਕਰੋ। ਇਹ ਲਾਲਚ ਤਾਂ ਗੁਣ ਹੋ, ਇਹ ਲਾਲਚ ਹੋ ਗੁਣ ਤੋਂ ਉਚਰੋ। ਇਹ ਮੈਨੂੰ ਲਾਲਚ ਇਹ ਹੋਵੇ, ਲਾਲਚ ਮੈਨੂੰ ਸ਼ੁਭ ਕਰਮ ਕਰਨ ਦਾ, ਚੰਗੇ ਕੰਮ ਕਰਨ ਦਾ ਇਹ ਲਾਲਚ ਹੋਵੇ। ਸਾਰੀਆਂ ਗੱਲਾਂ ਦਾ ਜਵਾਬ ਇਸ ਪੂਰੀ ਤੁਕ ਦੇ ਵਿੱਚ ਹੈਗਾ ਹੈ। ਥੈਂਕ ਯੂ ਅਮਰਪ੍ਰੀਤ ਵੀਰ ਜੀ, ਥੈਂਕ ਯੂ ਸਾਰਿਆਂ ਦਾ। ਜਤਨਪਾਲ ਵੀਰ ਜੀ, ਥੈਂਕ ਯੂ ਫॉर ਸਟਾਰਟਿੰਗ ਦਿਸ। ਤੇ ਸ਼ਬਦ ਦੇ ਵਿਚਾਰ ਹੋ ਗਏ ਸੀ ਵੀਰ ਜੀ ਪੂਰੇ? ਸ਼ਬਦ ਵੀਰ ਜੀ ਨੇ ਥੋੜੇ ਲਾਈਨਾਂ ਲੈ ਕੇ ਆਏ ਸੀ ਵਿੱਚੋਂ। ਟੌਪਿਕ ਵਾਈਜ਼ ਕਰ ਰਹੇ ਹਾਂ, ਸ਼ਬਦ ਵਾਈਜ਼ ਨਹੀਂ, ਟੌਪਿਕ ਫਿਰ ਅਲੱਗ ਅਸੀਂ ਟੌਪਿਕ ਵਾਈਜ਼ ਵੀ ਜੀ ਕਰ ਰਹੇ ਹਾਂ, ਹਨਾ। ਦੇਖੋ ਜੋ ਵੀ ਸ਼ਬਦ ਸ਼ੁਰੂ ਕੀਤਾ, ਟੌਪਿਕ ਤੁਸੀਂ ਲੈ ਕੇ ਆਣਾ ਅੰਦਰ ਵੀਰ ਜੀ, ਨੈਕਸਟ ਵੀਕ ਦਾ ਟੌਪਿਕ ਤੁਸੀਂ ਲੈ ਕੇ ਆਣਾ। ਤੇਰੀ ਗੱਲ ਨੈਕਸਟ ਵੀਕ ਅਸੀਂ ਤੁਹਾਨੂੰ ਸ਼ੇਅਰ ਕਰ ਦਿੰਦੇ ਹਾਂ। ਜਤਨਪਾਲ ਵੀਰ ਜੀ ਨੇ ਵੈਰੀ ਨਾਈਸਲੀ 10-11 ਟੌਪਿਕ ਜਿਹੜੇ ਨਾ ਸ਼ੇਅਰ ਕੀਤੇ ਸੀਗੇ। ਅੱਛਾ ਜੀ। ਜਿੰਨਾ ਅਮਰਪ੍ਰੀਤ ਵੀਰ ਜੀ ਥੋੜਾ ਬਿਜ਼ੀ ਸੀਗੇ, ਫਿਰ ਮੈਂ ਉਹ ਪੜ੍ਹੇ ਤੇ ਉਹ ਟੌਪਿਕ ਦੇ ਵਿੱਚੋਂ ਫਿਰ ਮੈਂ ਇੱਕ ਟੌਪਿਕ ਵੀਰ ਜੀ ਦਾ ਵੀ ਲੋਭ ਜਿਹੜਾ ਗਰੀਡ ਚੁਣਿਆ। ਮੈਂ ਤੁਹਾਨੂੰ ਫਾਰਵਰਡ ਕਰ ਦਿੰਦੀ ਆਪਣਾ ਜਿਹੜਾ ਨਾ ਬਣਾਇਆ ਹੈਗਾ ਗਰੁੱਪ, ਤੇ ਉਹ ਵੀ ਤੁਸੀਂ ਵੀ ਕਿਆ ਮਤਲਬ ਜਿੱਦਾਂ ਹੁਣ ਤੁਸੀਂ ਥੋੜਾ ਲੇਟ ਆਏ ਹੋ, ਜਤਨਪਾਲ ਵੀਰ ਜੀ ਨੇ ਬੜਾ ਸ਼ੇਅਰ ਕੀਤਾ ਵੀ ਆਈ ਲਾਈਕ ਦੈਟ ਵੇ, ਹਨਾ। ਥੋੜੀ ਜਿਹੀ ਬਣਾ ਕੇ ਗੁਰਬਾਣੀ ਦੇ ਵਿੱਚੋਂ ਸ਼ੇਅਰ ਕਰਨੀ ਹੈਗੀ ਆ। ਜਾਂ ਤੁਸੀਂ ਤੇ ਜਤਨਪਾਲ ਵੀਰ ਜੀ ਆਪਸ ਵਿੱਚ ਗੱਲ ਦੋਨੇ ਜਾਣੇ ਕਰ ਲਓ, ਹਨਾ, ਵੀ ਦੋਨੇ ਜਾਣੇ। ਰਿਕਾਰਡਿੰਗ ਕੀਤੀ ਹੈ ਨਾ, ਮੈਂ ਰਿਕਾਰਡਿੰਗ ਭੇਜ ਦਿਓ ਅੰਦਰ ਵਿੱਚ, ਮੈਂ ਤੁਹਾਨੂੰ ਰਿਕਾਰਡਿੰਗ ਵੀਰ ਜੀ ਭੇਜ ਦਿੰਨੀ ਆ। ਅੱਛਾ ਲੱਗਾ, ਹਨਾ, ਕਿਉਂਕਿ ਲਾਸਟ ਟਾਈਮ ਜਤਨਪਾਲ ਵੀਰ ਜੀ ਨੇ ਅਰਦਾਸ ਤੇ ਕੀਤਾ ਸੀਗਾ, ਮੈਨੂੰ ਉਹ ਬਹੁਤ ਹੀ ਅੱਛਾ ਲੱਗਾ। ਉਹ ਤੋਂ ਫਿਰ ਮੈਂ ਸੋਚਿਆ ਵੀ ਕਿਉਂ ਨਹੀਂ ਜਤਨਪਾਲ ਵੀਰ ਜੀ ਸਲਾਈਡ ਸਿੱਧਾ ਬਣਾ ਕੇ ਸਾਨੂੰ ਸ਼ੇਅਰ ਕਰਨ, ਹਨਾ, ਫਿਰ ਆਪਾਂ ਡਿਸਕਸ਼ਨ ਕਰ ਸਕਦੇ ਹਾਂ, ਰਾਈਟ। ਤੇ ਉਹ ਵੀ ਹਜੇ ਵੀ ਜਿੱਦਾਂ ਅੱਜ ਦਾ ਪਹਿਲਾਂ ਦੇਖਣਾ ਕਿ ਜਿਸ ਟੌਪਿਕ ਨੂੰ ਲੈ ਕੇ ਜਤਨਪਾਲ ਵੀਰ ਜੀ ਆਏ ਸੀਗੇ ਗਰੀਡ, ਕੀ ਉਹ ਸਾਡਾ ਟੌਪਿਕ ਆਪਾਂ ਕੈਰੀ ਔਨ ਕਰਨਾ, ਇੱਥੇ ਨੂੰ ਸਟਾਪ ਕਰ ਦੇਣਾ ਕਿ ਵੀ ਜੋ ਆਨਸਰ ਆਪਾਂ ਚਾਹੁੰਦੇ ਸੀ ਮਿਲ ਗਏ ਉਹ, ਹਨਾ। ਜਤਨਪਾਲ ਵੀਰ ਜੀ ਇਸ ਯੋਰ ਕਾਲ, ਹਨਾ, ਤੁਸੀਂ ਦੱਸੋ ਵੀ ਜੋ ਤੁਸੀਂ ਟੌਪਿਕ ਲੈ ਕੇ ਆਏ ਸੀ ਕਿ ਆਪਾਂ ਉਸ ਟੌਪਿਕ ਦੇ ਉੱਪਰ ਪੂਰੇ ਹੋ ਗਏ ਆਪਾਂ, ਕਿ ਆਪਾਂ ਇਹਨੂੰ ਕੈਰੀ ਫਾਰਵਰਡ ਕਰਨਾ ਇਸ ਟੌਪਿਕ ਨੂੰ। ਤੇ ਆਪਾਂ ਨੂੰ ਕੋਈ ਕਾਹਲੀ ਨਹੀਂ ਹੈਗੀ ਕਿਸੇ ਚੀਜ਼ ਦੀ, ਹਨਾ। ਬਸ ਆਪਾਂ ਨੂੰ ਲੋਭ ਨੂੰ ਜੜੋਂ ਪੁੱਟ ਕੇ ਸੁੱਟ ਦੇਣਾ ਬਸ। ਤੁਹਾਡੀ ਆਵਾਜ਼ ਵੀ ਜੀ ਆ ਰਹੀ ਜਤਨਪਾਲ ਵੀਰ ਜੀ? ਅੱਜ ਨਹੀਂ ਆ ਰਹੀ ਜਤਨਪਾਲ ਵੀਰ ਜੀ ਦੀ ਅੰਦਰ ਸੀ, ਤੁਹਾਡੀ ਆ ਰਹੀ ਹੈ ਜਤਨਪਾਲ ਵੀਰ ਜੀ? ਹੁਣੇ ਆਈ? ਹਾਂਜੀ ਹੁਣ ਆ ਰਹੀ ਹੈ। ਕੀ ਹੋ ਰਿਹਾ ਲੈਪਟਾਪ? ਮੈਂ ਕਹਿ ਰਹੀ ਸੀ ਕਿ ਆਪਾਂ ਸਲੋ ਚੱਲ ਸਕਦੇ ਹਾਂ, ਬਟ ਗੁਰਬਾਣੀ ਨੇ ਡੀਪ ਹੈ ਕਿ ਆਪਾਂ ਕੋਈ ਵੀ ਟੌਪਿਕ ਕਦੇ ਵੀ ਪੂਰਾ ਤਾਂ ਕੰਪਲੀਟ ਨਹੀਂ ਕਰ ਪਾਵਾਂਗੇ। ਹਾਂਜੀ, ਬਟ ਜਿਵੇਂ ਸਤਨਾਮ ਵੀਰ ਜੀ ਨੇ ਬੋਲਿਆ ਕਿ ਮਨ ਵਾਲਾ ਜਿਹੜਾ ਟੌਪਿਕ ਛੇੜਿਆ ਨਾ, ਮੇਬੀ ਵੀ ਕੈਨ ਟੇਕ ਦੈਟ ਸੈਕਿੰਡ, ਕਿ ਮਨ ਨੂੰ ਹੁਣ ਕਿਵੇਂ ਗੁਰਬਾਣੀ ਕੀ ਕਹਿੰਦੀ ਹਾਊ ਟੂ ਕੰਟਰੋਲ, ਔਰ ਮਨ ਨੂੰ ਕਿਵੇਂ ਕਰਨਾ ਹੁਣ ਇਸੇ ਤੋਂ ਰਿਲੇਟਡ ਹੈ, ਅਗਰ ਸਾਰੇ ਓਕੇ ਹੁੰਦੇ ਨੇ ਤੇ। ਜੋ ਤੁਸੀਂ ਗਰੁੱਪ ਬਣਾਇਆ ਉਸ ਵਿੱਚ ਆਪਾਂ ਹੋਰ ਪਾ ਸਕਦੇ ਹਾਂ ਬਾਕੀ ਸੰਗਤ ਨੂੰ, ਬਾਕੀ ਜਿਹੜੇ ਹੈਗੇ ਨੇ ਸੰਗਤ ਨੂੰ ਅਨਾਉਂਸ ਵੀ ਕੀਤਾ ਅਸੀਂ, ਤੇ ਸੰਗਤ ਨੂੰ ਕੱਲ ਅਨਾਉਂਸ ਵੀ ਕੀਤਾ, ਫਿਜ਼ੀਕਲੀ ਵੀ ਕੀਤਾ, ਭੈਣ ਜੀ ਨੇ ਮੈਸੇਜ ਵੀ ਭੇਜੇ ਨੇ, ਤੇ ਜਿਹੜੇ ਆਏ ਨੇ ਪਰ ਇਟਸ ਓਕੇ, ਆਪਾਂ ਰਿਕਾਰਡਿੰਗ ਕਰਾਂਗੇ। ਭੈਣ ਜੀ YouTube ਤੇ ਤੁਸੀਂ ਪੋਸਟ ਕਰੀ ਜਾਓ, 1 2 3 ਪਲੇਲਿਸਟ ਬਣਾ ਦਿਓ ਇਹਦੀ, ਠੀਕ ਹੈ। ਨੈਕਸਟ ਜਨਰੇਸ਼ਨ ਵਾਸਤੇ ਪਈ ਰਹੇਗੀ ਚੀਜ਼, ਤੇ ਡਿਸਕਸ਼ਨ ਕੀਤੀ ਵੇਸਟ ਨਹੀਂ ਹੋਣੀ ਚਾਹੀਦੀ। ਕਦੇ ਕੋਈ ਬਾਅਦ ਚੋਂ ਜਾ ਕੇ ਸੁਣਨਾ ਚਾਹੇ ਤਾਂ ਸੁਣ ਸਕਦਾ ਹੈ ਨਾ। ਜਿਵੇਂ ਤਰਨਵੀਰ ਜੀ ਔਰ ਜਗਪ੍ਰੀਤ ਵੀਰ ਜੀ ਹੈਗੇ ਨਾ, ਉਹਨਾਂ ਨੂੰ ਮੈਂ ਜੈਸਾ ਬੋਲਿਆ ਸੀ, ਬਟ ਹੁਣ ਉਹਨੂੰ ਐਡ ਨਹੀਂ ਕੀਤਾ ਉਹਨਾਂ ਕਿੱਧਰ, ਤੇ ਵੀ ਕੈਨ ਐਡ them, ਰਾਈਟ ਵੀਰ ਜੀ? ਤਾਂ ਹੀ ਵੀਰ ਜੀ ਤੁਹਾਨੂੰ ਮੈਂ ਇੱਕ ਮਿੰਟ ਰਿਕਾਰਡਿੰਗ ਸਟਾਪ ਕਰ ਦਿਆਂ। ਤੂੰ ਸਾਹਿਬ ਗੁਣੀ ਨਿਧਾਨ, ਤੇਰੇ ਕਵਨ ਕਵਨ ਗੁਣ ਕਹਿ ਗਾਵਾ। ਹਾਂਜੀ ਬਸ ਚਲੋ ਠੀਕ ਹੈ। ਖਾਲਸਾ ਵਾਹਿਗੁਰੂ ਫਤਿਹ। ਵੀਰ ਜੀ ਅਗਲਾ ਜਤਨਪਾਲ ਵੀਰ ਜੀ ਅਗਲਾ ਪ੍ਰੋਗਰਾਮ ਆਪਣਾ 29th ਨੂੰ ਹੋਏਗਾ ਨਾ? ਹਾਂਜੀ 2 ਵੀਕ ਬਾਅਦ। ਹਾਂਜੀ not next following week ਨਾ, 29th ਨੂੰ। ਓਕੇ ਸਾਧ ਸੰਗਤ ਜੀ ਆਪਾਂ ਨਾ ਵੀ 29th ਨੂੰ ਜਤਨਪਾਲ ਵੀਰ ਜੀ ਤੁਹਾਨੂੰ ਮੈਸੇਜ ਭੇਜਣਗੇ, ਤੇ 29th ਨੂੰ ਆਪਾਂ 10 ਵਜੇ ਫੇਰ ਇਕੱਠੇ ਹੋਵਾਂਗੇ। 27th ਨੂੰ 27th ਓਕੇ ਹਾਂਜੀ 27th ਉਹ ਸੰਡੇ।
ਹਾਂਜੀ ਸੰਡੇ। ਅੱਛਾ ਐਵਰੀ ਸੰਡੇ ਨਹੀਂ ਪੈਂਦੀ ਇਸ ਕਿ ਵੀ ਜੀ ਅਸੀਂ ਪਹਿਲਾਂ ਸ਼ੁਰੂ ਕੀਤਾ ਹੈਗਾ, ਬਾਈ ਵੀਕਲੀ ਸ਼ੁਰੂ ਕਰੀਏ,